लाज अस गोबिंद दास तुहार। बाहें गहे की लाज अस गोबिंद दास तुहार। जुगो जुग अटल चवर तख्त ਸਿੰਘਾਸਨ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕਰਕੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸਾ ਪੰਥ ਜੋ ਵਿਸਾਖੀ ਤੇ ਦਿਹਾੜੇ ਤੇ ਮਹਾਰਾਜ ਜੀਆਂ ਨੇ ਖਾਲਸੇ ਨੂੰ ਪ੍ਰਗਟ ਕੀਤਾ ਹੈ ਉਹ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। 1699 ਦੀ ਵਿਸਾਖੀ ਨੂੰ ਬੇਅੰਤ ਸੰਗਤਾਂ ਦਾ ਇਕੱਠ ਮਹਾਰਾਜ ਜੀ ਨੇ ਬੁਲਵਾਇਆ। ਭਰੇ ਹੋਏ ਦੀਵਾਨ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਸ਼ੁਭਾਏਮਾਨ ਹੈ ਇੱਥੇ ਮਹਾਰਾਜ ਜੀਆਂ ਨੇ ਵਾਰੀ ਵਾਰੀ ਪੰਜਾਂ ਸਿੰਘਾਂ ਦੇ ਸੀਸ ਦੀ ਮੰਗ ਕੀਤੀ ਹੈ। ਸਿੰਘਾਂ ਨੇ ਆਪਣੇ ਆਪਣੇ ਸੀਸ ਮਹਾਰਾਜ ਜੀਆਂ ਨੂੰ ਭੇਟਾ ਕੀਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਸਾਰਿਆਂ ਨੂੰ ਸੁਰਜੀਤ ਕੀਤਾ ਹੈ। ਅਗਲੇ ਦਿਨ ਪਾਤਸ਼ਾਹ ਜੀ ਅੰਮ੍ਰਿਤ ਤਿਆਰ ਕਰਨ ਵਾਸਤੇ ਤਖਤ ਸਾਹਿਬ ਦੇ ਸਥਾਨ 'ਤੇ ਪਹੁੰਚੇ। ਕਿਵੇਂ ਅੰਮ੍ਰਿਤ ਤਿਆਰ ਕਰਨਗੇ, ਕਿਵੇਂ ਮਹਾਰਾਜ ਸਾਹਿਬ ਕਿਰਪਾ ਕਰਦੇ, ਆਓ ਬੜੀ ਭਾਵਨਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਹ ਛਿਨ ਇੱਕ ਬਾਸਨ ਮੰਗਵਾਵਾ। ਸਤਿਗੁਰੂ ਪਾਤਸ਼ਾਹ ਜੀਆਂ ਨੇ ਉਸ ਤੋਂ ਅਗਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸਥਾਨ 'ਤੇ ਮਹਾਰਾਜ ਜੀਆਂ ਨੇ ਇੱਕ ਵੱਡਾ ਭਾਂਡਾ ਮੰਗਵਾਇਆ ਹੈ ਜਿਸ ਨੂੰ ਆਪਾਂ ਅੱਜ ਕੱਲ੍ਹ ਕਹਿ ਸਕਦੇ ਹਾਂ ਬਾਟਾ, ਅੰਮ੍ਰਿਤ ਤਿਆਰ ਕਰਨ ਵਾਲਾ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੋਝੀ ਹੈ ਕਿ ਇੱਕ ਵੱਡੇ ਸਰਬਲੋਹ ਦੇ ਪਾਟੇ ਦੇ ਵਿੱਚ ਜਲ ਪਾ ਕੇ ਉਹਦੇ ਵਿੱਚ ਪਤਾਸੇ ਪਾ ਕੇ ਤੇ ਅੰਮ੍ਰਿਤ ਤਿਆਰ ਕੀਤਾ ਜਾਂਦਾ। ਸਤਿਗੁਰਾਂ ਨੇ ਇੱਕ ਵੱਡਾ ਬਾਟਾ ਮੰਗਵਾਇਆ। ਅਬਲ ਦੁਰਾਨੀ ਨਾਮ ਦਾ ਇੱਕ ਵਿਅਕਤੀ ਹੈ ਜਿਸ ਦੀ ਰਿਪੋਰਟ ਬਾਦਸ਼ਾਹ ਔਰੰਗਜ਼ੇਬ ਨੂੰ ਜਾਂਦੀ ਹੈ। ਉਸਨੇ ਵੀ ਇਹ ਬਚਨ ਲਿਖੇ ਆਪਣੀ CID ਦੇ ਵਿੱਚ ਕਿ ਮਹਾਰਾਜ ਨੇ ਇੱਕ ਵੱਡਾ ਕੜਾਇਆ ਮੰਗਾਇਆ ਪਰ ਉਸ ਨੂੰ ਕੁੰਡੇ ਨਹੀਂ ਸਨ ਲੱਗੇ ਹੋਏ। ਸੋ ਇਸ ਕਰਕੇ ਉਹ ਕੀ ਹੈ, ਉਹ ਇੱਕ ਵੱਡਾ ਬਾਟਾ ਸਰਬਲੋਹ ਦਾ ਮਹਾਰਾਜ ਜੀ ਨੇ ਉਹ ਮੰਗਵਾਇਆ ਹੈ। ਸਤੂ ਦਰਵ ਕੋ ਜਲ ਸੁਚ ਅਨੁਵਾਵਾ। ਤੇ ਸਤਿਗੁਰੂ ਜੀਆਂ ਨੇ ਉਸ ਦੇ ਵਿੱਚ ਸਤਲੁਜ ਜੋ ਦਰਿਆ ਹੈ ਇਸ ਦਾ ਜਲ ਉਸ ਬਾਟੇ ਵਿੱਚ ਪਾਇਆ ਹੈ। ਜਿਸ ਵੇਲੇ ਪਹਿਲੀ ਵਾਰੀ ਅੰਮ੍ਰਿਤ ਤਿਆਰ ਕੀਤਾ ਨਾ ਮਹਾਰਾਜ ਸਾਹਿਬ ਜੀਆਂ ਨੇ ਤੇ ਜਿਹੜਾ ਜਲ ਹੈ ਉਹ ਸਤਲੁਜ ਦਰਿਆ ਦਾ ਮਹਾਰਾਜ ਜੀਆਂ ਨੇ ਬਾਟੇ ਦੇ ਵਿੱਚ ਪਵਾਇਆ ਸੀ। ਸੋ ਸਿੱਖਾਂ ਨੂੰ ਭੇਜਿਆ, ਕਹਿਣ ਲੱਗੇ ਜਾਓ ਜਾ ਕੇ ਸਤਲੁਜ ਦਰਿਆ ਤੋਂ ਜਲ ਲੈ ਕੇ ਆਉਣਾ ਕਰੋ। ਸੋ ਉਸ ਵੇਲੇ ਜਲ ਲੈ ਕੇ ਆਏ ਤੇ ਮਹਾਰਾਜ ਜੀਆਂ ਨੇ ਉਸ ਬਾਟੇ ਦੇ ਵਿੱਚ ਇਹ ਜਿਹੜਾ ਸਤਲੁਜ ਦਾ ਦਰਿਆ ਦਾ ਜਲ ਹੈ, ਪਾਣੀ ਹੈ, ਉਹ ਮਹਾਰਾਜ ਜੀਆਂ ਨੇ ਬਾਟੇ ਵਿੱਚ ਪਵਾਇਆ ਹੈ। ਨਿਜ ਆਗੇ ਰਖਵਾਵਨ ਕੀਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਹ ਜਿਹੜਾ ਜਲ ਹੈ ਉਹ ਆਪਣੇ ਸਾਹਮਣੇ ਰਖਵਾਇਆ। ਅੱਜ ਵੀ ਜਿਸ ਵੇਲੇ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਸੋ ਸੁਨਹਿਰਾ ਰੱਖ ਕੇ ਥੱਲੇ ਤੇ ਸੁਨਹਿਰੇ ਦੇ ਉੱਪਰ ਉਹ ਬਾਟਾ ਰੱਖਿਆ ਜਾਂਦਾ ਹੈ। ਉਸ ਬਾਟੇ ਵਿੱਚ ਜਲ ਪਾਇਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅੰਮ੍ਰਿਤ ਤਿਆਰ ਕਰਨ ਵਾਸਤੇ ਜੋ ਬਾਟਾ ਹੈ ਉਹ ਆਪਣੇ ਸਾਹਮਣੇ ਰੱਖਿਆ ਹੈ। ਜੋ ਕਿਰਪਾਨ ਸ਼੍ਰੀ ਦੇਵੀ ਦਿਓ ਤਾਂ ਮਹਿ ਲਗੇ ਫੇਰਨੇ ਸੁਆਮੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਬਾਟੇ ਦੇ ਵਿੱਚ ਖੰਡਾ ਰੱਖ ਕੇ ਸਰਬਲੋਹ ਦਾ ਖੰਡਾ ਜਿਸ ਨੂੰ ਦੋ ਧਾਰਾ ਦੋਨਾਂ ਪਾਸੇ ਧਾਰ ਹੁੰਦੀ ਹੈ ਇਹੋ ਜਿਹਾ ਖੰਡਾ ਮਹਾਰਾਜ ਉਸ ਜਲ ਦੇ ਵਿੱਚ ਫੇਰਨ ਲੱਗੇ ਹਨ। ਬਦਨ ਬਦਤ ਬਾਣੀ ਅਬਰਾਮੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਮੁਖ ਤੋਂ ਬਾਣੀ ਪੜ੍ਹਦੇ ਪਏ।
ਸੋ ਵਿਦਵਾਨਾਂ ਨੇ ਪੰਜ ਬਾਣੀਆਂ ਦਾ ਇੱਥੇ ਜ਼ਿਕਰ ਕੀਤਾ ਹੈ। ਜਪਜੀ ਸਾਹਿਬ, ਜਾਪ ਸਾਹਿਬ, ਤੁਐ ਪ੍ਰਸਾਦ ਸਵਈਏ, ਚੌਪੀ ਸਾਹਿਬ ਤੇ ਆਨੰਦ ਸਾਹਿਬ ਬਾਣੀ। ਸੋ ਇਹਨਾਂ ਬਾਣੀਆਂ ਨੂੰ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਪੜ੍ਹਿਆ। ਅੱਜ ਵੀ ਤਖਤ ਸਾਹਿਬਾਨਾਂ 'ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਜਾਂ ਜਥੇਬੰਦੀਆਂ ਕਰਦੀਆਂ, ਅਤੇ ਸਾਰਿਆਂ ਦੇ ਵਿੱਚ ਉਹ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਬਾਟੇ ਦੇ ਵਿੱਚ ਖੰਡਾ ਫੇਰਦੇ ਪਏ ਅਤੇ ਬਾਟੇ ਵਿੱਚ ਜਲ ਪਾਇਆ ਹੋਇਆ, ਆਪਣੇ ਮੁਖੋਂ ਮਹਾਰਾਜ ਕੰਠ ਬਾਣੀ ਪੜ੍ਹਦੇ ਪਏ ਹਨ। ਦਇਆ ਸਿੰਘ ਤੇ ਆਦਿਕ ਜੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਜਿਹੜੇ ਗੁਰੂ ਕੇ ਸਿੱਖ ਨੇ, ਭਾਵੇਂ ਅਜੇ ਇਹਨਾਂ ਦੇ ਨਾਮ ਦਇਆ ਰਾਮ ਔਰ ਧਰਮਦਾਸ ਹੀ ਨੇ, ਅਜੇ ਅੰਮ੍ਰਿਤ ਛਕਿਆ ਨਹੀਂ ਹੈ। ਛਕਣ ਤੋਂ ਮਗਰੋਂ ਇਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਲੱਗੇਗਾ। ਇਹ ਪੰਜ ਸਿੰਘ ਸਾਹਿਬਾਨ ਜਿਹੜੇ ਮਹਾਰਾਜ ਦੇ ਉਸ ਵੇਲੇ ਕੋਲ ਹਨ। ਪੰਚੋ ਖਰੇ ਅਗਰ ਕਰਤੇ, ਇਹ ਮਹਾਰਾਜ ਸਾਹਿਬ ਜੀਆਂ ਦੇ ਸਾਹਮਣੇ ਪੰਜੇ ਸਿੱਖ ਖਲੋਤੇ ਹੋਏ ਹੱਥ ਜੋੜ ਕੇ ਸਤਿਗੁਰੂ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸਥਾਨ 'ਤੇ ਅੰਮ੍ਰਿਤ ਦਾ ਬਾਟਾ ਤਿਆਰ ਆਪ ਕਰਦੇ ਪਏ। ਸੰਗਤਾਂ ਬੈਠੀਆਂ ਵੇਖਦੀਆਂ ਪਈਆਂ ਸਭ ਕੁਝ। ਇਹ ਪੰਜ ਪਿਆਰੇ ਸਾਹਿਬਾਨ ਜਿਹੜੇ ਜਿਨ੍ਹਾਂ ਪੰਜਾਂ ਸਿੰਘਾਂ ਦੇ ਸੀਸ ਲੈ, ਇਹ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਹਨ। ਬਸਤਰ ਨਵੀਨ ਸ਼ਸਤਰ ਪਹਿਰਾਏ, ਜਿਵੇਂ ਦੇ ਬਸਤਰ ਅੱਜ ਮਹਾਰਾਜ ਨੇ ਆਪ ਪਾਏ ਨੇ, ਉਹੋ ਜਿਹੇ ਬਿਲਕੁਲ ਬਸਤਰ ਇਹਨਾਂ ਪੰਜਾਂ ਪਿਆਰੇ ਸਾਹਿਬਾਨ ਨੂੰ ਪਵਾਏ ਗਏ। ਜਿਵੇਂ ਦੇ ਬਸਤਰ ਆਪ ਪਾਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ, ਉਵੇਂ ਦੇ ਹੀ ਬਸਤਰ ਇਹਨਾਂ ਪੰਜਾਂ ਨੂੰ ਪਵਾਏ। ਜਿਵੇਂ ਦੇ ਸ਼ਸਤਰ ਆਪ ਪਾਏ, ਉਵੇਂ ਦੇ ਸ਼ਸਤਰ ਇਹਨਾਂ ਨੂੰ ਪਵਾਏ। ਉਹ ਪੰਜੇ ਸਿੱਖ ਮਹਾਰਾਜ ਦਾ ਰੂਪ ਲੱਗਦੇ। ਦੂਰੋਂ ਨਹੀਂ ਕੋਈ ਪਛਾਣ ਕੇ ਦੱਸ ਸਕਦਾ ਵੀ ਗੁਰੂ ਪਾਤਸ਼ਾਹ ਕਿਹੜੇ ਨੇ ਔਰ ਪੰਜ ਪਿਆਰੇ ਸਾਹਿਬਾਨ ਕਿਹੜੇ ਹਨ। ਸਾਰਿਆਂ ਦੇ ਚਿਹਰੇ ਮੋਹਰੇ ਇੱਕੋ ਜਿਹੇ ਲੱਗਦੇ ਹਨ। ਜਟਤ ਜਵਾਹਰ ਜਿਨ ਸਮੁਦਾਏ, ਕਹਿਣ ਲੱਗੇ ਬੜੇ ਬੜੇ ਸੋਹਣੇ ਸ਼ਸਤਰ ਮਹਾਰਾਜ ਜੀਆਂ ਦੇ ਸਿੱਖਾਂ ਨੇ ਪਹਿਨੇ ਨੇ, ਜਿਨ੍ਹਾਂ ਸ਼ਸਤਰਾਂ ਦੇ ਉੱਪਰ ਬੜਾ ਸੋਹਣਾ ਹੀਰੇ ਲੱਗੇ ਹੋਏ, ਜਵਾਹਰ ਲੱਗੇ ਹੋਏ, ਮੋਤੀ ਲੱਗੇ ਹੋਏ, ਐਸੇ ਬੇਸ਼ਕੀਮਤੇ ਸ਼ਸਤਰ ਬਹੁਤੇ ਮਹਿੰਗੇ ਮੁੱਲ ਵਾਲੇ ਪਹਿਨੇ ਹਨ। ਰੁਚਰ ਵਿਭੂਖਣ ਅੰਗ ਸਜਾਏ, ਅਤੇ ਬੜੇ ਸੋਹਣੇ ਹੋਰ ਵੀ ਬਸਤਰਾਂ ਦੇ ਨਾਲ ਹੋਰ ਵੀ ਕਈ ਵਸਤੂਆਂ ਸਰੀਰ ਦੇ ਉੱਪਰ ਸਜਾਈਆਂ ਹਨ। ਆਪਣੇ ਰੂਪ ਸਮਾਨ ਬਣਾਏ, ਸਤਿਗੁਰਾਂ ਨੇ ਬਿਲਕੁਲ ਆਪਣੇ ਵਰਗੇ ਜਿਹੋ ਜਿਹੇ ਬਸਤਰ ਮਹਾਰਾਜ ਨੇ ਪਾਏ, ਜਿਹੋ ਜਿਹੇ ਸ਼ਸਤਰ ਆਪ ਸਜਾਏ, ਬਿਲਕੁਲ ਉਸੇ ਤਰ੍ਹਾਂ ਦੇ ਬਸਤਰ ਤੇ ਸ਼ਸਤਰ ਜਿਹੜੇ ਨੇ ਉਹ ਮਹਾਰਾਜ ਜੀਆਂ ਦੇ ਇਹਨਾਂ ਪੰਜ ਸਿੰਘ ਸਾਹਿਬਾਨ ਨੇ ਸਜਾਏ ਹੋਏ ਹਨ। ਕਹੋ ਹੋ ਵਾਹਿਗੁਰੂ ਦਿਓ ਉਪਦੇਸ਼ਾ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਆਖਿਆ, ਕਹੋ ਹੋ, ਕਹਿਣਾ ਕਰੋ ਭਾਈ ਵਾਹਿਗੁਰੂ 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 ਵਾਹਿਗੁਰੂ। ਇਹ ਉਪਦੇਸ਼ ਦਿੱਤਾ, ਕਿਉਂਕਿ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ ਸੀ ਫਤਿਹ ਦੇ ਰੂਪ ਦੇ ਵਿੱਚ। ਜਿਹੜਾ ਭੰਗਾਣੀ ਦਾ ਜੰਗ ਹੋਇਆ ਪੌਂਟਾ ਸਾਹਿਬ ਦੀ ਧਰਤੀ 'ਤੇ, ਉਹ ਜੰਗ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਹੋਇਆ। ਜਦੋਂ ਜੰਗ ਜਿੱਤ ਗਏ ਮਹਾਰਾਜ, ਤੇ ਸਿੱਖਾਂ ਨੇ ਦੌੜ ਕੇ ਦੱਸਿਆ, ਮਹਾਰਾਜ ਆਪ ਜੀ ਦੀ ਜੰਗ ਵਿੱਚ ਜਿੱਤ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਡੀ ਜਿੱਤ ਨਹੀਂ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸੇ ਦੀ ਜਿੱਤ ਹੋਈ ਹੈ। ਇਹ ਖਾਲਸਾ ਵਾਹਿਗੁਰੂ ਪਰਮੇਸ਼ਰ ਦਾ ਹੈ, ਪਰਮੇਸ਼ਰ ਦੀ ਫੌਜ ਦੀ ਜਿੱਤ ਹੋਈ ਹੈ। ਇਹ ਮਹਾਰਾਜ ਨੇ ਬਚਨ ਉਸ ਵੇਲੇ ਭੰਗਾਣੀ ਦੇ ਜੰਗ ਦੇ ਵਿੱਚ ਬਖਸ਼ਿਸ਼ ਕੀਤੇ। ਅੰਮ੍ਰਿਤ ਦਾ ਬਾਟਾ ਹੁਣ ਬਾਅਦ ਵਿੱਚ ਤਿਆਰ ਹੋਇਆ। ਸਤਿਗੁਰੂ ਆਪਣੇ ਪੰਜ ਪਿਆਰੇ ਸਾਹਿਬਾਨਾਂ ਨੂੰ ਮੰਤਰ ਦਿੰਦੇ ਪਏ, ਕਹਿਣ ਲੱਗੇ, ਆਖੋ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਉਹ ਸਿੱਖ ਮਹਾਰਾਜ ਦੇ ਮਗਰ ਮਗਰ ਕਹਿੰਦੇ ਹਨ। ਹੱਥ ਜੋੜ ਥਿਰ ਸਿੱਖ ਵਿਸ਼ੇਸ਼ਾ, ਤੇ ਇਹ ਜਿਹੜੇ ਸਿੱਖ ਨੇ ਹੱਥ ਜੋੜ ਕੇ ਮਹਾਰਾਜ ਜੀਆਂ ਦੇ ਕੋਲ ਬੜੀ ਵਿਸ਼ੇਸ਼ਤਾਈ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਭਾਵਨਾ ਦੇ ਨਾਲ ਮਹਾਰਾਜ ਜੀਆਂ ਦੇ ਕੋਲ ਖੜੇ ਹੋਏ ਹਨ। ਜਪਜੀ ਪਾਠ ਪ੍ਰਥਮ ਕਰ ਲੀਨਾ, ਸਤਿਗੁਰੂ ਪਾਤਸ਼ਾਹ ਜੀਆਂ ਨੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਜਿਹੜਾ ਹੈ ਉਹ ਆਪਣੇ ਮੁਖ ਤੋਂ ਪੜ੍ਹਿਆ ਅਤੇ ਖੰਡਾ ਵਿੱਚ ਫੇਰਦੇ ਪਏ। ਉਸ ਜਲ ਦੇ ਪੰਜ ਪਿਆਰੇ ਸਾਹਿਬਾਨ ਸੁਣਦੇ ਪਏ ਮਹਾਰਾਜ ਦੇ ਮੁਖ ਤੋਂ ਇਹ ਜਿਹੜੀ ਬਾਣੀ ਹੈ। ਬਹੁਰ ਸਵਈਏ ਪੜਬੋ ਕੀਨਾ, ਉਸ ਤੋਂ ਬਾਅਦ ਵਿੱਚ ਫਿਰ ਮਹਾਰਾਜ ਨੇ ਜਾਪ ਸਾਹਿਬ ਦੀ ਬਾਣੀ ਨੂੰ ਪੜ੍ਹਿਆ ਹੈ ਅਤੇ ਫਿਰ ਸਵਈਏ ਨਾਮ ਦੀ ਬਾਣੀ ਜਿਹੜੀ ਉਸ ਨੂੰ ਮਹਾਰਾਜ ਪੜ੍ਹਦੇ ਪਏ ਹਨ। ਪੌੜੀ ਪੰਜ ਆਨੰਦ ਪੜਿਓ ਹੈ। ਫਿਰ ਸਤਿਗੁਰੂ ਪਾਤਸ਼ਾਹ ਨੇ ਚੌਪੀ ਸਾਹਿਬ ਗੁਰਬਾਣੀ ਨੂੰ ਪੜ੍ਹ ਕੇ
ਉਸ ਤੋਂ ਬਾਅਦ ਵਿੱਚ ਫਿਰ ਆਨੰਦ ਸਾਹਿਬ ਦੀਆਂ ਜਿਹੜੀਆਂ ਬਾਣੀਆਂ ਨੇ, ਆਨੰਦ ਸਾਹਿਬ ਦੀ ਜਿਹੜੀ ਬਾਣੀ ਹੈ ਉਸ ਬਾਣੀ ਦਾ 40 ਪੌੜੀਆਂ ਪਾਠ। 40 ਪੌੜੀਆਂ ਤੋਂ ਭਾਵ ਹੈ ਗੁਰਮੁਖੋ ਵੀ ਸੰਪੂਰਨ ਪਾਠ। ਜਿਸ ਤਰ੍ਹਾਂ ਰਾਗੀ ਸਿੰਘ ਵੀ ਆਨੰਦ ਸਾਹਿਬ ਪੜ੍ਹਦੇ ਨੇ, 5 ਪੌੜੀਆਂ ਤੋਂ ਬਾਅਦ ਵਿੱਚ 6ਵੀਂ ਪੌੜੀ ਪੜ੍ਹ ਕੇ ਸਮਾਪਤੀ ਹੋ ਜਾਂਦੀ ਹੈ। ਪਰ ਅੰਮ੍ਰਿਤ ਤਿਆਰ ਕਰਨ ਵਾਲੇ ਵੇਲੇ ਮਹਾਰਾਜ ਨੇ 6 ਪੌੜੀਆਂ ਨਹੀਂ 40 ਪੌੜੀਆਂ ਦਾ ਪਾਠ ਆਪਣੇ ਮੁਖੋਂ ਬਖਸ਼ਿਆ ਹੈ। ਅੰਮ੍ਰਿਤ ਮੈਂ ਬਹੁਤ ਤੇਜ ਵਡਿਓ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੁਣ ਆਪ ਹੀ ਕਿਰਪਾ ਦੇ ਖਜ਼ਾਨੇ ਨੇ, ਆਪ ਹੀ ਰਹਿਮਤ ਕਰਨ ਵਾਲੇ। ਜਦੋਂ ਮਹਾਰਾਜ ਨੇ ਇਹ 5 ਬਾਣੀਆਂ ਦਾ ਪਾਠ ਕੀਤਾ ਨਾ, ਤੇ ਇਤਿਹਾਸ ਵਿੱਚ ਬਚਨ ਆਉਂਦਾ ਵੀ ਅੰਮ੍ਰਿਤ ਵਿੱਚ ਬਹੁਤ ਜ਼ਿਆਦੀ ਸ਼ਕਤੀ ਮਹਾਰਾਜ ਨੇ ਭਰ ਦਿੱਤੀ। ਇਹ ਹੁਣ ਜਲ ਨਹੀਂ ਰਹਿ ਗਿਆ, ਸਤਲੁਜ ਦਾ ਅੰਮ੍ਰਿਤ ਬਣ ਗਿਆ ਹੈ। ਤੇ ਮਹਾਰਾਜ ਦੇ ਹੱਥੋਂ ਤਿਆਰ ਹੋਣ ਕਰਕੇ ਇਹਦੇ ਵਿੱਚ ਬੇਅੰਤ ਸ਼ਕਤੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤਿਸ ਛਿਨ ਚਟਕ ਆਏਗੇ ਦੋ। ਉਸ ਵੇਲੇ ਕੀ ਹੋਇਆ, ਜਦੋਂ 5 ਬਾਣੀਆਂ ਪੜ੍ਹ ਕੇ ਤਿਆਰ ਕੀਤਾ ਨਾ ਅੰਮ੍ਰਿਤ, ਇਹਨੇ ਚਿਰ ਨੂੰ ਕਹਿਣ ਲੱਗੇ ਵੀ 2 ਚਿੜੇ ਉੱਡਦੇ ਉੱਡਦੇ ਤੇ ਉੱਥੇ ਆ ਗਿਆ ਜਿੱਥੇ ਮਹਾਰਾਜ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਪਏ। ਚਿੜੀਆਂ ਚਿੜੇ ਆਪਾਂ ਵੇਖਦੇ ਨਾ ਉੱਡੇ ਜਾਂਦੇ, 2 ਚਿੜੇ ਆ ਗਏ ਜਿਨ੍ਹਾਂ ਨੂੰ ਨਰ ਕਿਹਾ ਜਾਂਦਾ, 2 ਨਰ ਚਿੜੀਆਂ ਦੇ ਜਿਨ੍ਹਾਂ ਨੂੰ ਚਿੜੇ ਆਖਿਆ ਜਾਂਦਾ, ਉੱਡਦੇ ਉੱਡਦੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਮਹਾਰਾਜ ਅੰਮ੍ਰਿਤ ਤਿਆਰ ਕਰਦੇ ਹਨ। ਸ਼੍ਰੀ ਗੁਰ ਦ੍ਰਿਸ਼ਟ ਪਰਤ ਪੇ। ਮਹਾਰਾਜ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਪਏ ਤੇ ਸਤਿਗੁਰਾਂ ਦੀ ਨਿਗਾਹ ਪੈ ਗਿਆ। ਉਹ 2 ਚਿੜੇ ਨਾ ਮਹਾਰਾਜ ਦੇ ਕੋਲ ਹੀ ਬੈਠੇ। ਅਸਲ ਵਿੱਚ ਮਹਾਰਾਜ ਇਹ ਕੌਤਕ ਵਰਤਾਉਣਾ ਚਾਹੁੰਦੇ। ਮਹਾਰਾਜ ਆਪ ਹੀ ਇਹ ਬਣਾਉਂਦੇ ਪਏ, ਸਾਰਾ ਜਿਹੜੀ ਵਿਧੀ ਆਪੇ ਬਣਾਉਂਦੇ ਪਏ ਵਿਖਾਉਣ ਵਾਸਤੇ। ਕਹਿਣ ਲੱਗੇ ਵੀ ਸਤਿਗੁਰਾਂ ਦੀ ਨਜ਼ਰ ਪੈ ਗਏ। ਉਹ 2 ਚਿੜੇ ਜਿਹੜੇ ਮਹਾਰਾਜ ਦੇ ਕੋਲ ਆ ਕੇ ਬੈਠੇ ਹਨ। ਇੱਕ ਬਾਸਨ ਮਹਿ ਤਨਕ ਸੋ ਪਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਨੂੰ ਵਿਖਾਉਣ ਵਾਸਤੇ ਵੀ ਅੰਮ੍ਰਿਤ ਦੀ ਸ਼ਕਤੀ ਕੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਇੱਕ ਛੋਟਾ ਜਿਹਾ ਭਾਂਡਾ ਲੈ ਕੇ ਆਓ। ਲਿਆਂਦਾ ਗਿਆ। ਜਿਹੜਾ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ ਸੀ ਉਹਦੇ ਵਿੱਚੋਂ ਥੋੜ੍ਹਾ ਜਿਹਾ ਅੰਮ੍ਰਿਤ ਮਹਾਰਾਜ ਨੇ ਉਸ ਬਾਟੇ ਵਿੱਚ ਪਾਇਆ। ਛੋਟੇ ਜਿਹੇ ਭਾਂਡੇ ਵਿੱਚ ਇੱਕ ਚੁਲੀ ਭਰ ਕੇ ਅੰਮ੍ਰਿਤ ਦੀ ਜਿਹੜੀ ਹੈ 2 4 10 ਬੂੰਦਾਂ ਮਹਾਰਾਜ ਨੇ ਉਹਦੇ ਵਿੱਚ ਪਾਈਆਂ ਹਨ। ਤਿਨ ਆਗੇ ਧਰ ਤਬੈ ਧਿਆਇਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਹ ਜਿਹੜੇ ਛੋਟੇ ਜਿਹੇ ਭਾਂਡੇ ਵਿੱਚ ਥੋੜ੍ਹਾ ਜਿਹਾ ਅੰਮ੍ਰਿਤ ਪਾਇਆ ਨਾ ਗੁਰਮੁਖੋ, ਜਿਸ ਪਾਸੇ ਉਹ 2 ਚਿੜੇ ਬੈਠੇ ਸਨ, ਮਹਾਰਾਜ ਨੇ ਉਹ ਬਾਟਾ ਉਹਨਾਂ ਚਿੜਿਆਂ ਵਾਲੇ ਪਾਸੇ ਕੀਤਾ। ਭਾਵ ਇਹ ਸੀ ਵੀ ਇਹ ਦੋਨੇ ਜਾਣੇ ਪੀ ਲੈਣ। ਮਹਾਰਾਜ ਨੇ ਉਹ ਬਾਟਾ ਉਹਨਾਂ ਵੱਲ ਕੀਤਾ ਹੈ। ਭਏ ਵੀਰ ਰਸ ਪੀਵਤ ਦੋ। ਕਹਿਣ ਲੱਗੇ ਵੀ ਜਦੋਂ ਗੁਰਮੁਖੋ ਉਹਨਾਂ ਚਿੜਿਆਂ ਨੇ ਉਹ ਚੁੰਝਾਂ ਭਰ ਕੇ ਉਸ ਭਾਂਡੇ ਵਿੱਚੋਂ ਅੰਮ੍ਰਿਤ ਪੀ ਲਿਆ। ਹੁਣ ਮਹਾਰਾਜ ਆਪ ਹੀ ਸਾਰੀ ਵਿਧ ਬਣਾਉਂਦੇ ਪਏ ਇਹ ਵਿਖਾਉਣ ਵਾਸਤੇ ਅੰਮ੍ਰਿਤ ਦੀ ਸ਼ਕਤੀ। ਮਹਾਰਾਜ ਸਾਹਿਬ ਜੀ ਜਦੋਂ ਉਹ ਭਾਂਡਾ ਉਹਦੇ ਵਿੱਚ 2 4 ਬੂੰਦਾਂ ਪਾ ਕੇ ਉਹਨਾਂ ਚਿੜਿਆਂ ਦੇ ਅੱਗੇ ਰੱਖੀਆਂ ਤੇ ਕਹਿਣ ਲੱਗੇ ਇਹਨਾਂ ਦੋਨਾਂ ਚਿੜਿਆਂ ਨੇ 2 2 4 4 ਚੁੰਝਾਂ ਜਿਹੜੀਆਂ ਨੇ ਅੰਮ੍ਰਿਤ ਦੀਆਂ ਪੀਤੀਆਂ ਤੇ ਪੀਂਦਿਆਂ ਇਹਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਆ ਗਿਆ ਹੈ। ਯੁੱਧ ਕਰਨ ਲਾਗੇ ਮਿਲਸੋ। ਇਹਨਾਂ ਦੋਨਾਂ ਨੂੰ ਹੋਰ ਤੇ ਕੋਈ ਨੇੜੇ ਦਿਸਿਆ ਨਹੀਂ। ਇਹ ਆਪਸ ਵਿੱਚ ਹੀ ਲੜਨ ਲੱਗ ਪਏ, ਜੰਗ ਕਰਨ ਲੱਗ ਪਏ, ਇੱਕ ਦੂਜੇ ਦੇ ਉੱਪਰ ਟੁੱਟ ਕੇ ਪੈਂਦੇ, ਬੜਾ ਭਿਆਨਕ ਜੰਗ ਕਰਦੇ ਪਏ। ਅੰਮ੍ਰਿਤ ਦੀ ਸ਼ਕਤੀ ਇਹਨਾਂ ਵਿੱਚ ਆ ਗਈ ਹੈ। ਐਸਾ ਵੀਰ ਰਸ ਆਇਆ, ਇੱਕ ਦੂਜੇ ਨੂੰ ਛੱਡਣਾ ਨਹੀਂ ਚਾਹੁੰਦੇ। ਇਸ ਤਰ੍ਹਾਂ ਇੱਕ ਦੂਜੇ ਦੇ ਉੱਪਰ ਹਮਲਾ ਕਰਦੇ ਹਨ। ਚੁੰਚਨ ਪੰਖ ਪ੍ਰਹਾਰਨ ਕਰਹੀ। ਕਦੇ ਚੁੰਝਾਂ ਦਾ ਤੇ ਕਦੇ ਆਪਣੇ ਖੰਭਾਂ ਦਾ। ਹੋਰ ਉਹਨਾਂ ਕੋਲ ਕਿਹੜਾ ਕੋਈ ਤੀਲ ਤਲਵਾਰ ਹੈ। ਚਿੜੇ ਲੜਨਗੇ ਤੇ ਚੁੰਝ ਨਾਲ ਹੀ ਇੱਕ ਦੂਜੇ ਨੂੰ ਮਾਰਨਗੇ। ਕਦੇ ਚੁੰਝ ਮਾਰਦੇ, ਕਦੇ ਪੈਰ ਦਾ ਪੰਜਾ ਮਾਰਦੇ, ਕਦੇ ਖੰਭਾਂ ਦੇ ਨਾਲ ਇੱਕ ਦੂਜੇ ਦੇ ਉੱਪਰ ਹਮਲਾ ਕਰਦੇ ਹਨ। ਪੀਰ ਸਰੀਰ ਨਾ ਉਰਮਹਿ ਧਰਹੀ। ਪਰ ਦੋਨੇ ਚਿੜੇ ਜਿਹੜੇ ਨੇ ਲੜਦੇ ਤੇ ਬੜਾ ਭਿਆਨਕ ਪਏ। ਇੰਨੀ ਭਿਆਨਕ ਲੜਾਈ ਕਰਨ ਤੋਂ ਮਗਰੋਂ ਵੀ ਦੋਨੇ ਪੀੜ ਨੂੰ ਨਹੀਂ ਮੰਨਦੇ ਪਏ। ਪੀੜ ਹੁੰਦੀ ਪਈ ਹੈ ਕਿ ਨਹੀਂ ਹੁੰਦੀ ਪਈ ਇਹਦਾ ਕੋਈ ਫਰਕ ਨਹੀਂ ਪੈਂਦਾ ਪਿਆ। ਪੀੜ ਨੂੰ ਤੇ ਪ੍ਰਵਾਨ ਹੀ ਨਹੀਂ ਕਰਦੇ ਪਏ। ਪੀੜ ਦੇ ਦਰਦ ਨੂੰ ਮਹਿਸੂਸ ਨਹੀਂ ਕਰਦੇ ਹਨ। ਰੁਦਰ ਚੁਚਾਤ ਅਦਕ ਤਨ ਮਾਜ। ਲੜਦਿਆਂ ਦੋਨਾਂ ਦੀਆਂ ਚੁੰਝਾਂ ਦੇ ਵਿੱਚੋਂ ਲਹੂ ਵਗਣ ਲੱਗ ਪਿਆ। ਦੋਨੇ ਚਿੜੇ ਇੰਨਾ ਭਿਆਨਕ ਲੜੇ ਆਪਸ ਵਿੱਚ ਕਿ ਦੋਨਾਂ ਦੀਆਂ ਚੁੰਝਾਂ ਜ਼ਖਮੀ ਹੋ ਗਈਆਂ। ਜ਼ਖਮੀ ਹੋਣ ਤੋਂ ਮਗਰੋਂ ਦੋਨਾਂ ਦੀਆਂ ਚੁੰਝਾਂ ਦੇ ਵਿੱਚੋਂ ਉਸ ਵੇਲੇ ਲਹੂ ਨਿਕਲਣ ਲੱਗ ਪਿਆ ਹੈ। ਮਾਰਨ ਮਰਨ ਰੋਦਰ ਰਸ ਚਾਹੀ। ਪਰ ਇੰਨਾ ਗੁੱਸਾ ਦੋਨਾਂ ਦੇ ਵਿੱਚ, ਚੁੰਝਾਂ ਵਿੱਚੋਂ ਖੂਨ ਵਗਦਾ ਤੇ ਤਾਂ ਕੀ ਹੋਇਆ। ਦੋਨਾਂ ਦੇ ਮਨ ਵਿੱਚ ਇਹ ਹੈ ਕਿ ਮੈਂ ਇਹਨੂੰ ਮਾਰ ਦੇਣਾ, ਦੂਜਾ ਆਖਦਾ ਮੈਂ ਇਹਨੂੰ ਮਾਰ ਦੇਣਾ। ਦੋਨੇ ਬੜੇ ਗੁੱਸੇ ਦੇ ਵਿੱਚ ਇੱਕ ਦੂਜੇ ਦੀ ਜਾਨ ਦੇ ਵੈਰੀ ਬਣੇ ਹੋਏ ਇਹ ਦੋਨੇ ਚਿੜੇ ਲੜਦੇ ਪਏ ਹਨ। ਅਤਸ਼ੈ ਕਰ ਸੰਗਰ ਤਿਸ ਕਾਲਾ। ਦੋਨਾਂ ਜਾਣਿਆਂ ਨੇ ਬਹੁਤ ਭਾਰੀ ਗੁਰਮੁਖੋ ਜੰਗ ਕੀਤਾ। ਇਹ ਜਿਹੜੇ ਚਿੜੇ ਨੇ ਨਾ ਲੜਦਿਆਂ
ਇਹਨਾਂ ਨੇ ਬਹੁਤ ਵੱਡਾ ਆਪਸ ਵਿੱਚ ਜੰਗ ਕੀਤਾ ਹੈ। ਤੇ ਜੰਗ ਕਰਕੇ ਫਿਰ ਉਸ ਵੇਲੇ ਮ੍ਰਿਤਕ ਪਏ ਪਹੁੰਚੇ ਸੁਰਸਾਲਾ। ਤੇ ਕਹਿਣ ਲੱਗੇ ਵੀ ਮਰ ਗਏ ਦੋਨੇ ਹੀ, ਕਿਉਂਕਿ ਗੁੱਸਾ ਇੰਨਾ ਵੀ ਪਿੱਛੇ ਮੈਂ ਨਹੀਂ ਹਟਣਾ। ਹੁਣ ਦੋਨਾਂ ਨੇ ਅੰਮ੍ਰਿਤ ਦੀਆਂ ਬੂੰਦਾਂ ਪੀ ਲਈਆਂ, ਦੋਨਾਂ ਵਿੱਚ ਗੁੱਸਾ ਵੱਧ ਗਿਆ, ਦੋਨਾਂ ਨੇ ਭਿਆਨਕ ਜੰਗ ਕੀਤਾ। ਜੰਗ ਕਰਦਿਆਂ ਕਰਦਿਆਂ ਫਟੜ ਹੋ ਗਏ ਤੇ ਫਟੜ ਤੋਂ ਬਾਅਦ ਵਿੱਚ ਦੋਨੇ ਲੜਦੇ ਲੜਦੇ ਮਰ ਗਏ ਹਨ। ਘਟਕਾ ਲੱਗ ਦਵੈ ਚਟਕ ਤਮਾਸਾ। ਇਹ ਜਿਹੜਾ ਤਮਾਸ਼ਾ ਹੈ ਨਾ ਮਹਾਰਾਜ ਵੇਖਦੇ ਪਏ, ਸਤਿਗੁਰੂ ਚੁੱਪ ਕਰਕੇ ਬੈਠ ਕੇ ਵੇਖਦੇ ਪਏ। 24 ਮਿੰਟ 25 ਮਿੰਟ ਜਾਂ ਕਹਿ ਲਈਏ ਅੱਧਾ ਘੰਟਾ, ਇਹ ਅੱਧਾ ਘੰਟਾ ਚਿੜੇ ਆਪਸ ਵਿੱਚ ਲੜਦੇ ਪਏ ਤੇ ਸਤਿਗੁਰੂ ਜੀ ਇਹਨਾਂ ਚਿੜਿਆਂ ਦਾ ਜੰਗ ਉਸ ਵੇਲੇ ਵੇਖਦੇ ਪਏ ਹਨ। ਵਿਕਸਿਤ ਪਏ ਵਿਵੇਕ ਨਿਵਾਸਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਵੇਖ ਕੇ ਹੱਸ ਪਏ, ਬੜੇ ਖੁਸ਼ ਹੋਏ। ਜਿਹੜਾ ਅਸੀਂ ਅੰਮ੍ਰਿਤ ਤਿਆਰ ਕੀਤਾ ਇਹਦੇ ਵਿੱਚ ਕਿੰਨੀ ਸ਼ਕਤੀ ਹੈ। ਜਦੋਂ ਚਿੜਿਆਂ ਨੇ ਇੱਕ ਇੱਕ ਬੂੰਦ ਪੀਤੀ ਹੈ ਤੇ ਇੱਕ ਦੂਜੇ ਦੀ ਜਾਨ ਦੇ ਪਿਆਸੇ ਹੋ ਗਏ। ਇੰਨਾ ਇਹਨਾਂ ਵਿੱਚ ਬਹਾਦਰੀ ਤੇ ਨਿਡਰਤਾ ਆ ਗਈ ਹੈ, ਦਲੇਰੀ ਤੇ ਹਿੰਮਤ ਆ ਗਈ ਹੈ, ਇਹਨਾਂ ਵਿੱਚ ਕ੍ਰੋਧ ਜਾਗਿਆ ਹੈ। ਇੱਕ ਦੂਜੇ ਨੂੰ ਮਰ ਕੇ ਤੇ ਸਮਾਪਤ ਹੋ ਗਏ ਨੇ, ਪਰ ਜੰਗ ਤੋਂ ਪਿੱਛੇ ਨਹੀਂ ਹਟੇ। ਜਦੋਂ ਇਹ ਸਾਡੇ ਸਿੱਖ ਅੰਮ੍ਰਿਤ ਛਕ ਲੈਣਗੇ ਉਹਨਾਂ ਵਿੱਚ ਵੀ ਇਹੋ ਜਿਹੇ ਵੀਰ ਰਸ ਆਵੇਗਾ, ਐਸੀ ਬਹਾਦਰੀ ਆਵੇਗੀ, ਐਸੀ ਦਲੇਰੀ ਤੇ ਨਿਡਰਤਾ ਆ ਜਾਵੇਗੀ। ਉਹ ਲੜਦਿਆਂ ਸ਼ਹੀਦੀ ਤੇ ਪਾ ਜਾਣਗੇ, ਪਰ ਜੰਗ ਦੇ ਮੈਦਾਨ ਵਿੱਚ ਉਹ ਪਿੱਛੇ ਨਹੀਂ ਹਟਣਗੇ। ਇਹ ਜਾਣ ਕੇ ਮਹਾਰਾਜ ਜੀ ਬੜੇ ਖੁਸ਼ ਹੋਏ ਹਨ। ਬਹੁਰ ਪੜਤ ਫੇਰਤ ਸੋ ਕਿਰਪਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਾਲੇ ਅੰਮ੍ਰਿਤ ਤਿਆਰ ਹੁੰਦਾ ਪਿਆ। ਸਤਿਗੁਰੂ ਫਿਰ ਉਸ ਜਲ ਦੇ ਵਿੱਚ ਖੰਡਾ ਫੇਰਨ ਲੱਗ ਪਏ। ਨਾਲ ਆਪਣੇ ਮੁਖੋਂ ਮਹਾਰਾਜ ਬਾਣੀ ਵੀ ਪੜ੍ਹਦੇ ਪਏ। ਬਾਣੀ ਪੜ੍ਹ ਕੇ ਮੰਤਰ ਪੜ੍ਹ ਕੇ ਇਸ ਅੰਮ੍ਰਿਤ ਦੇ ਬਾਟੇ ਨੂੰ ਤਿਆਰ ਕਰਦੇ ਹਨ। ਭਾ ਅੰਮ੍ਰਿਤ ਸੋ ਤੇਜ ਨਿਧਾਨਾ। ਕਹਿਣ ਕਹਿਣ ਲੱਗੇ ਵੀ ਇਸ ਤਰ੍ਹਾਂ ਗੁਰਮੁਖੋ ਅੰਮ੍ਰਿਤ ਤਿਆਰ ਹੋ ਰਿਹਾ, ਪਰ ਅੰਮ੍ਰਿਤ ਦਾ ਤੇਜ ਪ੍ਰਤਾਪ ਇੰਨਾ ਵੀ ਹੁਣ ਇਹ ਸਹਿਆ ਨਹੀਂ ਜਾਵੇਗਾ। ਜਿਹੜਾ ਵੀ ਛਕ ਲਵੇਗਾ ਨਾ ਉਹ ਐਸਾ ਵੀਰ ਰਸ ਵਿੱਚ ਆ ਜਾਏਗਾ ਕਿ ਉਹਦੇ ਵੀਰ ਰਸ ਨੂੰ ਸਾਹਮਣਾ ਔਖਾ ਹੋ ਜਾਏਗਾ, ਉਹਦੇ ਗੁੱਸੇ ਤੇ ਹਿੰਮਤ ਨੂੰ ਸਾਹਮਣਾ ਔਖਾ ਹੋ ਜਾਏਗਾ। ਜਿਹੜਾ ਇਸ ਅੰਮ੍ਰਿਤ ਨੂੰ ਛਕੇਗਾ ਉਹ ਇੰਨਾ ਗੁੱਸੇ ਵਿੱਚ ਆ ਜਾਏਗਾ ਕਿ ਉਸ ਦੇ ਕ੍ਰੋਧ ਨੂੰ ਸਾਂਭ ਲੈਣਾ ਜਾਂ ਰੋਕ ਲੈਣਾ ਬੜੀ ਮੁਸ਼ਕਲ ਗੱਲ ਹੈ। ਰਾਮ ਕੋਇਰ ਕਹਿ ਸੰਤੋ ਸੁਣੀਐ। ਗੁਰਮੁਖੋ ਇਹ ਜਿਹੜੀ ਕਥਾ ਆਪਾਂ ਸੁਣਦੇ ਪਏ ਨਾ, ਬਾਬਾ ਬੁੱਢਾ ਸਾਹਿਬ ਦੀ ਕੁੱਲ ਵਿੱਚ ਹੋਏ ਨੇ ਭਾਈ ਰਾਮ ਕੋਇਰ। 10ਵੇਂ ਪਾਤਸ਼ਾਹ ਨੂੰ ਇਹਨਾਂ ਨੇ ਟੀਕਾ ਲਾਇਆ ਸੀ ਗੁਰਤਾ ਗੱਦੀ ਦਾ, ਮੱਥੇ ਤੇ ਤਿਲਕ ਲਾਉਂਦੇ ਨਾ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਦੀ ਧਰਤੀ ਤੇ ਸੱਚਖੰਡ ਚਲੇ ਗਏ, ਉੱਥੋਂ ਹੀ ਉਹਨਾਂ ਨੇ ਆਖਿਆ ਵੀ ਗੁਰਤਾ ਗੱਦੀ ਗੋਬਿੰਦ ਰਾਏ ਨੂੰ ਦੇ ਦਿਓ। ਹੁਣ ਗੁਰਤਾ ਗੱਦੀ ਦੇ ਉੱਪਰ ਬੈਠਣਾ ਹੈ, ਪਰ ਤਿਲਕ ਲਾਉਣਾ ਪਵੇਗਾ ਮੱਥੇ ਦੇ ਉੱਪਰ। ਤੇ ਤਿਲਕ ਜਿਹੜਾ ਬਾਬਾ ਬੁੱਢਾ ਸਾਹਿਬ ਦੀ ਕੁੱਲ ਲਾਉਂਦੀ ਹੈ ਉਹਨਾਂ ਦੇ ਖਾਨਦਾਨ ਵਿੱਚੋਂ। ਤੇ ਉਸ ਵੇਲੇ ਖਾਨਦਾਨ ਵਿੱਚੋਂ ਸਨ ਭਾਈ ਰਾਮ ਕੋਇਰ, ਉਹਨਾਂ ਦਾ ਨਾਮ ਸੀ ਰਾਮ ਕੋਇਰ। ਉਹਨਾਂ ਨੂੰ ਫਿਰ ਲਿਆਂਦਾ ਗਿਆ। ਉਹਨਾਂ ਨੇ ਫਿਰ 10ਵੇਂ ਪਾਤਸ਼ਾਹ ਨੂੰ 9 ਸਾਲ ਦੀ ਉਮਰ ਦੇ ਵਿੱਚ ਮੱਥੇ ਤੇ ਤਿਲਕ ਲਾਇਆ ਤੇ ਗੁਰਤਾ ਗੱਦੀ ਤੇ ਬਿਠਾਇਆ। ਇਹ ਸਾਰੀ ਕਥਾ ਉਹ ਸੁਣਾਉਂਦੇ ਪਏ ਵੀ ਮੈਂ ਕੋਲ ਸੀ ਉਸ ਵੇਲੇ, ਮੈਂ ਅੱਖਾਂ ਦੇ ਨਾਲ ਵੇਖਿਆ ਹੈ ਇਹ ਸਭ ਕੁਝ ਹੁੰਦਾ ਹੋਇਆ। ਭਾਈ ਰਾਮ ਕੋਇਰ ਦੀ ਕਥਾ ਸੁਣਾਉਂਦੇ ਪਏ, ਜਿਵੇਂ ਆਪਾਂ ਬੈਠੇ ਸੁਣਦੇ ਪਏ ਆ, ਐਸੇ ਤਰ੍ਹਾਂ ਸੰਗਤਾਂ ਬੈਠੀਆਂ ਭਾਈ ਰਾਮ ਕੋਇਰ ਦੇ ਕੋਲੋਂ ਸੁਣਦੀਆਂ ਪਈਆਂ। ਤੇ ਸੰਗਤਾਂ ਨੇ ਫਿਰ ਸਵਾਲ ਕੀਤਾ। ਸੰਗਤ ਕਹਿਣ ਲੱਗੀ, ਬਾਬਾ ਜੀ ਇਹ ਦੱਸੋ ਵੀ ਮਹਾਰਾਜ ਨੇ ਬਾਟਾ ਮੰਗਵਾ ਲਿਆ, ਮਹਾਰਾਜ ਨੇ ਖੰਡਾ ਵੀ ਮੰਗਵਾ ਲਿਆ, ਮਹਾਰਾਜ ਨੇ ਸਤਲੁਜ ਦਾ ਜਲ ਵੀ ਮੰਗਵਾ ਲਿਆ, ਤੇ ਮਹਾਰਾਜ ਸਾਹਿਬ ਜੀਆਂ ਨੇ ਬਾਣੀ ਵੀ ਪੜ੍ਹ ਲਈ, ਅੰਮ੍ਰਿਤ ਵੀ ਤਿਆਰ ਹੋ ਗਿਆ, ਪਰ ਮਹਾਰਾਜ ਨੇ ਪਤਾਸੇ ਦੇ ਵਿੱਚ ਪਾਏ ਨਹੀਂ। ਜਦੋਂ ਅੱਜ ਅੰਮ੍ਰਿਤ ਤਿਆਰ ਕੀਤਾ ਜਾਂਦਾ, ਅੱਜ ਪਤਾਸੇ ਪਾਏ ਜਾਂਦੇ, ਉਦੋਂ ਕਿਉਂ ਨਹੀਂ ਪਤਾਸੇ ਪਾਏ? ਜਾਂ ਇਹ ਪਤਾਸੇ ਪਾਉਣ ਦੀ ਮਰਿਆਦਾ ਸ਼ੁਰੂ ਕਿੱਥੋਂ ਹੋਈ ਹੈ? ਇਹ ਸਾਨੂੰ ਕਿਰਪਾ ਕਰਕੇ ਦੱਸੋ, ਕਿਉਂਕਿ ਤੁਸੀਂ ਉਸ ਵੇਲੇ ਨਾਲ ਸੀ ਜਾਂ ਵੇਖਦੇ ਪਏ ਸੀ ਇਹ ਸਭ ਕੁਝ ਹੁੰਦਾ ਹੋਇਆ। ਭਾਈ ਰਾਮ ਕੋਇਰ ਜੀਆਂ ਨੇ ਜਦੋਂ ਇਹ ਸਵਾਲ ਸੁਣਿਆ ਨਾ ਸੰਗਤਾਂ ਦਾ, ਕਹਿਣ ਲੱਗੇ ਲਓ ਭਾਈ ਫਿਰ ਸੁਣੋ, ਮੈਂ ਤੁਹਾਨੂੰ ਇਹਦਾ ਜਵਾਬ ਵੀ ਦਿੰਦਾ ਹਾਂ ਕਿ ਮਹਾਰਾਜ ਨੇ ਅੰਮ੍ਰਿਤ ਵਿੱਚ ਪਤਾਸੇ ਕਿਉਂ ਪਾਏ, ਕਿਵੇਂ ਪਾਏ, ਉਹਦਾ ਕਾਰਨ ਕੀ ਹੈ, ਉਹ ਮੈਂ ਤੁਹਾਨੂੰ ਆਪ ਜੀ ਨੂੰ ਸਾਰਾ ਇਤਿਹਾਸ ਦੱਸ ਦਿੰਦਾ ਹਾਂ। ਬਾਲ ਬੈਸ ਮੇਰੂ ਤਨ ਜਨੀ। ਮੇਰੀ ਉਮਰਾਂ ਉਦੋਂ ਛੋਟੀ ਸੀ, ਜਦੋਂ ਗੁਰੂ ਪਾਤਸ਼ਾਹ 9 ਸਾਲ ਦੀ ਉਮਰ ਦੇ ਵਿੱਚ ਸਨ, ਤੇ ਭਾਈ ਰਾਮ ਕੋਇਰ ਜੀ 9 ਸਾਲ ਤੋਂ ਵੀ ਛੋਟੀ ਉਮਰ ਦੇ ਸਨ ਜਦੋਂ ਗੁਰਤਾ ਗੱਦੀ ਦਾ ਤਿਲਕ ਲਾਇਆ। ਇਤਿਹਾਸਕਾਰਾਂ ਨੇ ਬਚਨ ਲਿਖਿਆ ਵੀ ਬਾਬਾ ਰਾਮ ਕੋਇਰ ਨੂੰ ਚੁੱਕਿਆ ਸੀ ਗੋਦੀ ਦੇ ਵਿੱਚ, ਚੁੱਕ ਕੇ ਚੁੱਕੀ ਦਾ ਛੋਟੇ ਜਿਹੇ ਜਵਾਕ ਨੂੰ, ਛੋਟੇ ਬੱਚੇ ਨੂੰ,
ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਕੁੱਲ ਵਿੱਚੋਂ ਇਹ ਸਨ। ਫਰਜ਼ ਇਹਨਾਂ ਦਾ ਬਣਦਾ ਸੀ ਵੀ ਇਹਨਾਂ ਨੇ ਗੁਰਤਾ ਗੱਦੀ ਤੇ ਬਿਠਾਉਣਾ। ਸਿੱਖਾਂ ਨੇ ਚੁੱਕ ਕੇ ਲਿਆਂਦਾ ਗੋਦੀ ਦੇ ਵਿੱਚ ਭਾਈ ਰਾਮ ਕੁੰਵਰ ਜੀਆਂ ਨੂੰ, ਤੇ ਫਿਰ ਉਹਨਾਂ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ। ਇੱਥੇ ਉਹ ਆਪ ਹੀ ਦੱਸਦੇ ਪਏ, ਕਹਿੰਦੇ ਜਦੋਂ ਮਹਾਰਾਜ ਬਾਟਾ ਤਿਆਰ ਕਰਦੇ ਪਏ ਨਾ ਅੰਮ੍ਰਿਤ ਦਾ, ਮੈਂ ਉਦੋਂ ਛੋਟਾ ਸੀ, ਮੇਰੀ ਉਮਰਾਂ ਬਹੁਤੀ ਵੱਡੀ ਨਹੀਂ ਸੀ। ਜਿਸ ਤਰ੍ਹਾਂ ਆਪਾਂ ਕਹਿ ਲਈਏ ਬੱਚਿਆਂ ਵਾਲੀ ਉਮਰ, ਕਹਿਣ ਲੱਗਾ ਵੀ ਮੈਂ ਤੇ ਉਦੋਂ ਬੱਚਿਆਂ ਵਾਲੀ ਉਮਰ ਦੇ ਵਿੱਚ ਹਾਂ। ਤਾਏ ਗਿਓ ਮੈਂ ਮਾਤਾ ਪਾਸ, ਮੈਂ ਵੇਖਿਆ ਇਹ ਸਭ ਕੁਝ ਅੱਖਾਂ ਦੇ ਨਾਲ। ਭਾਈ ਰਾਮ ਕੁੰਵਰ ਜੀ ਆਪਣਾ ਨਾਮ ਲੈਂਦੇ, ਕਹਿਣ ਲੱਗੇ ਮੈਂ ਵੇਖਿਆ ਵੀ ਮਹਾਰਾਜ ਨੇ ਬਾਣੀਆਂ ਪੜ੍ਹੀਆਂ, ਅੰਮ੍ਰਿਤ ਤਿਆਰ ਕੀਤਾ। ਇਹ ਅੰਮ੍ਰਿਤ ਦੋ ਚਿੜਿਆਂ ਨੇ ਪੀ ਲਿਆ ਤੇ ਆਪਸ ਵਿੱਚ ਲੜ ਲੜ ਕੇ ਮਰ ਗਏ। ਖੂਨ ਨਿਕਲਦਾ ਪਿਆ, ਤੜਫਦੇ ਪਏ, ਪਰ ਜੰਗ ਤੋਂ ਪਿੱਛੇ ਨਹੀਂ ਹਟੇ। ਜਦੋਂ ਮਹਾਰਾਜ ਦੇ ਸਿੱਖ ਅੰਮ੍ਰਿਤ ਛਕਣਗੇ, ਉਹ ਵੀ ਚਿੜਿਆਂ ਵਾਂਗ ਹੀ ਫਿਰ ਆਪਸ ਵਿੱਚ ਲੜਨਗੇ। ਇਹ ਤੇ ਇੱਕ ਦੂਜੇ ਨੂੰ ਮਰ ਮਰਾ ਕੇ ਤੇ ਖਤਮ ਹੋ ਜਾਣਗੇ। ਮੇਰੀ ਉਮਰਾਂ ਛੋਟੀ, ਮੈਂ ਤੇ ਕੁਝ ਕਰ ਨਹੀਂ ਸਕਦਾ। ਮੈਂ ਇੱਕ ਕੰਮ ਕੀਤਾ ਵੀ ਮੈਂ ਇਹ ਸਭ ਕੁਝ ਹੁੰਦਾ ਵੇਖ ਕੇ ਮੈਂ ਦੌੜ ਪਿਆ ਘਰ ਨੂੰ, ਜਿੱਥੇ ਮਾਤਾ ਗੁਜਰੀ ਜੀ ਬੈਠੇ ਸਨ, ਜਿੱਥੇ ਮਾਤਾ ਜੀਤੋ ਜੀ ਬੈਠੇ ਸਨ, ਜਿੱਥੇ ਮਾਤਾ ਸੁੰਦਰੀ ਜੀ ਬੈਠੇ, ਕਿਉਂਕਿ ਇਹਨਾਂ ਨੂੰ ਰੋਕ ਟੋਕ ਨਹੀਂ ਸੀ, ਜਦੋਂ ਮਰਜ਼ੀ ਆ ਸਕਦੇ ਸਨ ਘਰ ਦੇ ਵਿੱਚ। ਇੰਨਾ ਸਨਮਾਨ ਸੀ ਭਾਈ ਰਾਮ ਕੁੰਵਰ ਜੀਆਂ ਦਾ, ਜਾਂ ਆਪਾਂ ਕਹਿ ਲਈਏ ਵੀ ਬਾਬਾ ਬੁੱਢਾ ਸਾਹਿਬ ਜੀ ਕੁਲ ਦਾ, ਉਹਨਾਂ ਦੇ ਖਾਨਦਾਨ ਦਾ ਬੜਾ ਸਤਿਕਾਰ ਹੈ ਗੁਰੂ ਘਰ ਦੇ ਵਿੱਚ। ਭਾਈ ਰਾਮ ਕੁੰਵਰ ਜੀ ਕਹਿਣ ਲੱਗੇ ਵੀ ਮੈਂ ਦੌੜ ਕੇ ਮਾਤਾ ਜੀ ਨੂੰ ਜਾ ਕੇ ਦੱਸਿਆ, ਮਾਤਾ ਜੀ ਨੂੰ ਬੇਨਤੀ ਕੀਤੀ ਹੈ। ਜੈ ਬੈਠੀ ਜੀਤੋ ਸੁਖਰਾਸ, ਮਾਤਾ ਸਾਹਿਬ ਮਾਤਾ ਜੀਤੋ ਜੀ ਬੈਠੇ ਸਨ, ਜੋ ਸੁੱਖਾਂ ਨੂੰ ਦੇਣ ਵਾਲੇ ਨੇ, ਖਾਲਸੇ ਨੂੰ ਬਖਸ਼ਿਸ਼ਾਂ ਕਰਨ ਵਾਲੇ। ਮਾਤਾ ਜੀ ਉਸ ਵੇਲੇ ਬੈਠੇ ਹੋਏ ਹਨ। ਤਾਹਾਂ ਬੈਠ ਮੈਂ ਸਕਲ ਸੁਨਾਈ, ਮੈਂ ਇਹ ਸਾਰੀ ਗੱਲ ਸੁਣਾਈ। ਮਾਤਾ ਜੀ ਨੇ ਪੁੱਛਿਆ, ਕਹਿਣ ਲੱਗੇ ਭਾਈ ਰਾਮ ਕੁੰਵਰ ਜੀ ਕਿਵੇਂ ਆਏ ਹੋ ਭੱਜ ਕੇ, ਤੁਹਾਨੂੰ ਸਾਹ ਚੜਿਆ ਹੋਇਆ, ਤੁਸੀਂ ਇਹੋ ਜਿਹਾ ਕੀ ਵੇਖਿਆ ਵੀ ਦੌੜ ਕੇ ਆਏ ਹੋ? ਭਾਈ ਰਾਮ ਕੁੰਵਰ ਜੀ ਕਹਿੰਦੇ ਮੈਂ ਸਾਰੀ ਗੱਲ ਮਾਤਾ ਜੀ ਨੂੰ ਦੱਸੀ ਵੀ ਮਾਤਾ ਜੀ ਸਤਿਗੁਰੂ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਪਏ, ਉਹਨਾਂ ਨੇ ਬਾਣੀਆਂ ਪੜ੍ਹੀਆਂ ਨੇ, ਜਲ ਸਤਲੁਜ ਵਿੱਚੋਂ ਮੰਗਵਾਇਆ ਹੈ, ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਪਿਆ, ਦੋ ਚਿੜਿਆਂ ਨੇ ਅੰਮ੍ਰਿਤ ਛਕਿਆ, ਤੂੰ ਆਪਸ ਵਿੱਚ ਲੜ ਲੜ ਕੇ ਮਰ ਗਏ। ਇਹ ਸਾਰੀ ਗੱਲ ਮੈਂ ਮਾਤਾ ਜੀਤੋ ਜੀ ਨੂੰ ਦੱਸੀ ਹੈ। ਇਸ ਵਿਦ ਅੰਮ੍ਰਿਤ ਗੁਰੂ ਬਣਾਈ, ਤੇ ਸਤਿਗੁਰਾਂ ਨੇ ਇਸ ਤਰ੍ਹਾਂ ਅੰਮ੍ਰਿਤ ਬਣਾਇਆ, ਜਿਵੇਂ ਜਿਵੇਂ ਮਹਾਰਾਜ ਨੇ ਬਰਤਨ ਮੰਗਵਾਏ, ਜਲ ਮੰਗਵਾਇਆ, ਬਾਣੀ ਪੜ੍ਹੀ ਹੈ, ਖੰਡਾ ਫੇਰਿਆ, ਉਹ ਸਾਰੀ ਗੱਲ ਮੈਂ ਮਾਤਾ ਜੀ ਨੂੰ ਦੱਸ ਦਿੱਤੀ ਹੈ। ਚਟਕ ਆਪ ਮਹਿ ਲੜ ਕਰ ਮਰੇ, ਇਹ ਵੀ ਦੱਸਿਆ ਵੀ ਮਾਤਾ ਜੀ ਇੰਨੇ ਚਿਰ ਨੂੰ ਦੋ ਚਿੜੇ ਆ ਗਏ ਸਨ। ਸਤਿਗੁਰਾਂ ਨੇ ਕੌਤਕ ਵਿਖਾਉਣ ਵਾਸਤੇ ਇੱਕ ਛੋਟੇ ਜਿਹੇ ਭਾਂਡੇ ਵਿੱਚ ਥੋੜ੍ਹਾ ਜਿਹਾ ਅੰਮ੍ਰਿਤ ਪਾ ਕੇ ਉਹਨਾਂ ਦੇ ਅੱਗੇ ਰੱਖਿਆ। ਉਹ ਚਿੜੇ ਆਪਸ ਵਿੱਚ ਲੜਦਿਆਂ ਲੜਦਿਆਂ ਮਰ ਗਏ ਹਨ। ਤੀਰਗ ਤੇਜ ਤਾਸ ਮਹਿ ਧਰੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਅੰਮ੍ਰਿਤ ਵਿੱਚ ਬੜੀ ਜ਼ਿਆਦੀ ਸ਼ਕਤੀ ਭਰ ਦਿੱਤੀ ਹੈ। ਇੰਨੀ ਸ਼ਕਤੀ ਜਿਹੜੀ ਉਹ ਸਿੱਖਾਂ ਕੋਲੋਂ ਝੱਲੀ ਨਹੀਂ ਜਾਏਗੀ। ਜਦੋਂ ਸਿੱਖ ਅੰਮ੍ਰਿਤ ਛਕ ਲੈਣਗੇ ਚਿੜਿਆਂ ਵਾਂਗ, ਇਹਨਾਂ ਵਿੱਚ ਵੀ ਕ੍ਰੋਧ ਵੱਧ ਜਾਏਗਾ, ਤੇ ਇਹ ਕ੍ਰੋਧ ਵਸ ਹੋ ਕੇ ਆਪਸ ਵਿੱਚ ਹੀ ਲੜਦੇ ਰਹਿਣਗੇ, ਖਤਰਨਾਕ ਹੋ ਜਾਣਗੇ। ਐਡੇ ਭਾਰੀ ਅੰਮ੍ਰਿਤ ਦਾ ਇਹਨਾਂ ਦੇ ਕੋਲੋਂ ਤੇਜ਼ ਝੱਲਿਆ ਨਹੀਂ ਜਾਣਾ ਹੈ। ਜਲ ਮੈਂ ਪੜਤ ਕਿਰਪਾਨ ਫਿਰੈ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਜਲ ਦੇ ਵਿੱਚ ਬਾਟੇ ਦੇ ਵਿੱਚ ਖੰਡਾ ਫੇਰਦੇ ਪਏ, ਤੇ ਨਾਲ ਨਾਲ ਮਹਾਰਾਜ ਬਾਣੀ ਪੜ੍ਹਦੇ ਪਏ ਹਨ। ਪਾਹੁਲ ਖੰਡੇ ਕੀ ਅਬਦੇ ਹੈ, ਹੁਣ ਸਤਿਗੁਰੂ ਪਾਤਸ਼ਾਹ ਜੀ ਖੰਡੇ ਬਾਟੇ ਦੀ ਪੌਲ ਦੇਣਗੇ। ਭਾਈ ਗੁਰਦਾਸ ਜੀ ਨੇ ਲਿਖਿਆ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਭਾਈ ਗੁਰਦਾਸ ਜਿਹੜੇ ਗੁਰਮੁਖੋਂ ਦੋ ਹੋਏ ਨੇ, 41 ਵਾਰਾਂ ਨੇ, ਜਿਹੜੀ ਅਖੀਰਲੀ ਵਾਰ ਹੈ ਨਾ, ਇਹ ਭਾਈ ਗੁਰਦਾਸ ਉਹ ਹੋਏ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਹੋਏ। ਇੱਕ ਨੇ ਭਾਈ ਗੁਰਦਾਸ ਜੀ, ਇੱਕ ਨੇ ਭਾਈ ਗੁਰਦਾਸ ਸਿੰਘ ਜੀ। ਜਿਹੜੇ ਸਿੰਘ ਜੀ ਹੋਏ ਨੇ ਉਹ 10ਵੇਂ ਪਾਤਸ਼ਾਹ ਦੇ ਟਾਈਮ ਤੇ ਹੋਏ। ਇਹ ਬਚਨ ਉਹਨਾਂ ਨੇ ਲਿਖਿਆ, ਪੀਵੋ ਪਾਹੁਲ ਖੰਡੇ ਧਾਰ ਹੋਏ, ਖੰਡੇ ਦੀ ਧਾਰਾ ਦਾ ਬਣਿਆ ਹੋਇਆ ਅੰਮ੍ਰਿਤ ਛਕੋਗੇ ਜਨਮ ਸੁਹੇਲਾ ਹੋ ਜਾਵੇਗਾ। ਇਹ ਉਹਨਾਂ ਨੇ ਗਵਾਹੀ ਦਿੱਤੀ ਹੈ, ਇਹ ਲਿਖਤ ਵਿੱਚ ਹੈ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਕਿਰਪਾਨ ਦੇ ਨਾਲ ਤਿਆਰ ਹੋਇਆ ਜਾਂ ਇਸ ਤਰ੍ਹਾਂ ਮਹਾਰਾਜ ਨੇ ਤਿਆਰ ਕੀਤਾ। ਉਹਨਾਂ ਨੇ ਬਕਾਇਦਾ ਲਿਖਿਆ ਹੈ ਵੀ ਖੰਡੇ ਦੇ ਨਾਲ ਅੰਮ੍ਰਿਤ ਤਿਆਰ ਕੀਤਾ। ਕਹਿਣ ਲੱਗੇ ਮਹਾਰਾਜ ਜੀਆਂ ਨੇ ਖੰਡੇ ਦੇ ਨਾਲ ਉਸ ਵੇਲੇ ਅੰਮ੍ਰਿਤ ਤਿਆਰ ਕੀਤਾ ਹੈ। ਜੀਤੋ ਸ਼ੁਭ ਮਤ ਕੀਨ ਵਿਚਾਰ, ਮਾਤਾ ਜੀਤੋ ਜੀਆਂ ਨੇ ਜਦੋਂ ਸੁਣਿਆ ਨਾ ਬਚਨ ਵੀ ਸਤਿਗੁਰੂ ਅੰਮ੍ਰਿਤ ਤਿਆਰ ਕਰਦੇ ਪਏ, ਅੰਮ੍ਰਿਤ ਵਿੱਚ ਸ਼ਕਤੀ ਭਰਦੇ ਪਏ, ਤੇ ਉਸ ਵੇਲੇ ਇਹ ਸਾਰੀ ਗੱਲ ਨੂੰ ਮਾਤਾ ਜੀ ਵਿਚਾਰਦੇ ਹਨ। ਪੰਥ ਖਾਲਸਾ ਸੁਤਹਿ ਕਾਰਨ, ਤੇ ਮਾਤਾ ਜੀ ਜਾਣਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਖਾਲਸਾ ਪੰਥ ਸਾਡਾ ਪੁੱਤਰ ਬੰਨਾ ਹੈ, ਕਿਉਂਕਿ ਮਾਤਾ ਸਾਹਿਬ ਜੀ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਨੇ, ਕੋਈ ਆਮ ਨਹੀਂ, ਆਪਣੇ ਵਰਗੇ ਨਹੀਂ, ਸੰਸਾਰੀ ਨਹੀਂ।
ਗੁਰੂ ਗੋਬਿੰਦ ਸਿੰਘ ਦੇ ਨਾਲ ਰਿਸ਼ਤਾ ਐਵੇਂ ਨਹੀਂ ਬਣ ਗਿਆ। ਬ੍ਰਹਮ ਗਿਆਨ ਦੀ ਅਵਸਥਾ ਜਾਣਦੇ ਨੇ ਆਉਣ ਵਾਲੇ ਸਮੇਂ ਨੂੰ, ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪੁੱਤਰ ਆਖਿਆ ਜਾਏਗਾ। ਇਸ ਗੱਲ ਨੂੰ ਮਨ ਵਿੱਚ ਜਾਣ ਕੇ ਪਹੁੰਚਨ ਬਨੈ ਕੰਤ ਕੇ ਪਾਸੇ। ਮਾਤਾ ਜੀ ਸੋਚਦੇ ਪਏ ਵੀ ਮੈਨੂੰ ਹੁਣ ਜਾਣਾ ਚਾਹੀਦਾ ਉਸ ਜਗ੍ਹਾ ਦੇ ਉੱਪਰ ਜਿੱਥੇ ਮਹਾਰਾਜ ਅੰਮ੍ਰਿਤ ਤਿਆਰ ਕਰਦੇ ਪਏ। ਉਸ ਸਥਾਨ ਤੇ ਸਾਨੂੰ ਜਾ ਕੇ ਹਾਜ਼ਰੀ ਭਰਨੀ ਚਾਹੀਦੀ ਹੈ ਔਰ ਇਸ ਕਾਰਜ ਦੇ ਵਿੱਚ ਨਾਲ ਮਦਦ ਵੀ ਕਰਨੀ ਚਾਹੀਦੀ ਹੈ। ਇਹ ਗੱਲ ਮਾਤਾ ਜੀਤੋ ਜੀਆਂ ਨੇ ਸੋਚੀ ਹੈ। ਇਮ ਵਿਚਾਰ ਬਹੁ ਲੀਨ ਪਤਾਸੇ। ਇਸ ਤਰ੍ਹਾਂ ਵਿਚਾਰ ਕੇ ਨਾ ਤੇ ਮਾਤਾ ਜੀਆਂ ਨੇ ਆਪਣੀ ਝੋਲੀ ਦੇ ਵਿੱਚ ਕੁਝ ਪਤਾਸੇ ਪਾ ਲਏ ਘਰ ਦੇ ਵਿੱਚੋਂ ਕਿ ਸਤਿਗੁਰੂ ਅੰਮ੍ਰਿਤ ਤਿਆਰ ਕਰਦੇ ਪਏ, ਅਸੀਂ ਉਸ ਅੰਮ੍ਰਿਤ ਵਿੱਚ ਪਤਾਸਿਆਂ ਦੀ ਸੇਵਾ ਕਰਾਂਗੇ। ਮਾਤਾ ਸਾਹਿਬ ਮਾਤਾ ਜੀਤੋ ਜੀ ਜੋ ਸਤਿਗੁਰਾਂ ਦੇ ਵੱਡੇ ਮਹਿਲ ਨੇ, ਸਾਰਿਆਂ ਤੋਂ ਵੱਡੇ ਨੇ ਮਾਤਾ ਜੀਤੋ ਜੀ, ਸੋ ਉਹਨਾਂ ਨੇ ਆਪਣੀ ਝੋਲੀ ਵਿੱਚ ਕੁਝ ਪਤਾਸੇ ਪਾਏ ਹਨ। ਘਰ ਤੇ ਚਲ ਆਈ ਤਤਕਾਲਾ। ਆਪਣੇ ਘਰ ਤੋਂ ਚੱਲ ਪਏ, ਘਰ ਤੋਂ ਚੱਲ ਕੇ ਛੇਤੀ ਦੇ ਨਾਲ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਮਹਾਰਾਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਨ। ਜਹਾਂ ਬਣਾਏ ਕਿਰਪਾਲਾ। ਕਿਰਪਾ ਦੇ ਖਜ਼ਾਨੇ ਮਹਾਰਾਜ ਸਾਹਿਬ ਜੀ ਅੰਮ੍ਰਿਤ ਜਹਾਂ ਬਣਾਏ ਕਿਰਪਾਲਾ, ਜਿੱਥੇ ਅੰਮ੍ਰਿਤ ਮਹਾਰਾਜ ਤਿਆਰ ਕਰਦੇ ਪਏ ਹਨ। ਪਤ ਕੋ ਰੁੱਖ ਲੱਖ ਜਲ ਮਹਿ ਪਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੇਖਿਆ ਵੀ ਸਾਡੇ ਮਹਿਲ ਆਏ ਨੇ। ਜਦੋਂ ਮਹਾਰਾਜ ਨੇ ਵੇਖਿਆ ਮਾਤਾ ਸਾਹਿਬ ਮਾਤਾ ਜੀਤੋ ਜੀਆਂ ਦੇ ਵੱਲ ਤੇ ਉਹਨਾਂ ਨੇ ਆਪਣੇ ਪੱਲੇ ਦੇ ਵਿੱਚ ਪਤਾਸੇ ਬੱਧੇ ਹੋਏ ਤੇ ਸਤਿਗੁਰੂ ਪਾਤਸ਼ਾਹ ਨੇ ਵੇਖਿਆ ਵੀ ਇਹ ਪਤਾਸੇ ਲੈ ਕੇ ਆਏ। ਮਹਾਰਾਜ ਵੇਖ ਕੇ ਖੁਸ਼ ਹੋਏ, ਪ੍ਰਸੰਨ ਹੋਏ। ਮਾਤਾ ਜੀਤੋ ਜੀ ਜਾਣ ਗਏ ਵੀ ਸਤਿਗੁਰੂ ਦੀ ਖੁਸ਼ੀ ਹੈ ਇਹਦੇ ਵਿੱਚ ਔਰ ਖੁਸ਼ੀ ਦੇ ਵਿੱਚ ਆਗਿਆ ਵੀ ਹੈ। ਇਹ ਪਤਾਸੇ ਜਿਹੜੇ ਜਲ ਵਿੱਚ ਪਾ ਦੇਣੇ ਚਾਹੀਦੇ। ਉਸੇ ਵੇਲੇ ਆਪਣੇ ਪੱਲੇ ਦੇ ਨਾਲੋਂ ਪਤਾਸੇ ਖੋਲ੍ਹ ਕੇ ਜਿਹੜਾ ਬਾਟਾ ਮਹਾਰਾਜ ਤਿਆਰ ਕਰਦੇ ਪਏ ਉਹਦੇ ਵਿੱਚ ਫਿਰ ਉਹ ਪਤਾਸੇ ਪਾ ਦਿੱਤੇ ਹਨ। ਸ੍ਰੀ ਸਤਿਗੁਰ ਅਵਲੋਕ ਅਲਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਮਾਤਾ ਜੀ ਨੇ ਪਤਾਸੇ ਪਾ ਦਿੱਤੇ ਨਾ ਅੰਮ੍ਰਿਤ ਦੇ ਵਿੱਚ, ਇਹ ਕੌਤਕ ਵੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਬਚਨ ਕੀਤੇ ਹਨ। ਭਲੋ ਭਇਓ ਤੂੰ ਚੱਲ ਕਰ ਆਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੀਤੋ ਜੀ ਤੁਸੀਂ ਚੱਲ ਕੇ ਆਏ ਹੋ, ਇਹ ਬੜਾ ਹੀ ਭਲਾ ਕੀਤਾ ਹੈ, ਇਹ ਬੜਾ ਹੀ ਚੰਗਾ ਕੀਤਾ ਹੈ। ਇਹ ਜਿਹੜੇ ਨਾਲ ਪਤਾਸੇ ਲੈ ਕੇ ਆਏ ਹੋ ਇਹ ਹੋਰ ਵੀ ਵੱਡਾ ਪਰਉਪਕਾਰ ਕੀਤਾ ਹੈ। ਇਹ ਬੜਾ ਚੰਗਾ ਕੀਤਾ ਜੋ ਤੁਸੀਂ ਇਸ ਸੇਵਾ ਵਿੱਚ ਆ ਕੇ ਪਹੁੰਚੇ ਹੋ। ਨੀਰ ਵਿਖੇ ਭਾਈ ਮੁਦਰਾਏ। ਤੁਸੀਂ ਇਸ ਜਲ ਦੇ ਵਿੱਚ ਮਧੁਰਾਈ ਕਹੀਏ ਮਿੱਠਾ ਪਾ ਦਿੱਤਾ, ਮਿਠਾਸ ਪਾ ਦਿੱਤੀ ਹੈ। ਇਹ ਤੁਸੀਂ ਬੜਾ ਚੰਗਾ ਕੀਤਾ ਹੈ। ਅਸੀਂ ਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਪਏ ਪਰ ਮਿਠਾਸ ਜਿਹੜੀ ਹੈ ਤੁਸੀਂ ਪਾਈ ਹੈ। ਇਸ ਜਲ ਦੇ ਵਿੱਚ ਆ ਕੇ ਪਤਾਸੇ ਪਾ ਕੇ ਇਸ ਮਿਸ਼ਟਾਨ ਨੂੰ ਤੁਸੀਂ ਪਾਇਆ ਹੈ। ਨਾ ਤੁਰ ਪੰਥ ਹੋਏ ਬੜ ਕਰੂਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੇ ਤੁਸੀਂ ਪਤਾਸੇ ਨਾ ਪਾਉਂਦੇ ਤੇ ਸਾਡੇ ਖਾਲਸੇ ਪੰਥ ਵਿੱਚ ਬਹੁਤ ਗੁੱਸਾ ਹੋਣਾ ਸੀ। ਇਹਨਾਂ ਨੇ ਆਪਸ ਵਿੱਚ ਹੀ ਇੱਕ ਦੂਜੇ ਦੇ ਕਿਰਪਾਨਾਂ ਕੱਢ ਕੇ ਚਲਵਾ ਦੇਣੀਆਂ ਸਨ। ਇਹਨਾਂ ਵਿੱਚ ਬਹੁਤ ਜ਼ਿਆਦਾ ਸਖਤ ਸੁਭਾਅ ਹੋ ਜਾਣਾ ਸੀ ਔਰ ਬੜੇ ਇਹ ਗੁੱਸੇ ਵਾਲੇ ਹੋ ਜਾਣੇ ਸਨ ਜੇ ਤੁਸੀਂ ਇਸ ਵੇਲੇ ਨਾ ਚੱਲ ਕੇ ਆਉਂਦੇ ਤੇ। ਤੇਜ ਕ੍ਰੋਧ ਕਲਹਾ ਕਰ ਪੂਰਾ। ਤੇ ਇਹਨਾਂ ਨੇ ਬੜੇ ਕ੍ਰੋਧ ਦੇ ਸਹਿਤ ਹੋਣਾ ਸੀ ਤੇ ਇਹਨਾਂ ਦਾ ਤੇਜ ਪ੍ਰਤਾਪ ਕਿਸੇ ਕੋਲੋਂ ਝੱਲਿਆ ਨਹੀਂ ਸੀ ਜਾਣਾ। ਐਸੇ ਤੇਜ ਪ੍ਰਤਾਪ ਵਾਲੇ ਸਾਡੇ ਖਾਲਸੇ ਹੋਣੇ ਸਨ। ਆਪਨ ਬਿਗਾਨਾ ਸਮਝਤ ਨਾਹੀ। ਇਹਨਾਂ ਨੇ ਆਪਣਾ ਤੇ ਬਗਾਨਾ ਸਮਝਣਾ ਹੀ ਕੋਈ ਨਹੀਂ ਸੀ। ਜਦੋਂ ਅੰਮ੍ਰਿਤ ਛਕ ਲੈਂਦੇ ਇਹਨਾਂ ਵਿੱਚ ਇੰਨੀ ਤਾਕਤ ਆ ਜਾਣੀ, ਇੰਨਾ ਕ੍ਰੋਧ ਆ ਜਾਣਾ, ਇਹਨਾਂ ਨੂੰ ਪਤਾ ਨਹੀਂ ਸੀ ਲੱਗਣਾ ਵੀ ਆਪਣਾ ਕੌਣ ਤੇ ਬਗਾਨਾ ਕੌਣ ਹੈ। ਜਿੱਧਰ ਨੂੰ ਤਲਵਾਰ ਚੱਲਦੀ ਹੈ ਚੱਲਣ ਦਿਓ, ਜਿੱਧਰ ਨੂੰ ਗੋਲੀ ਚੱਲਦੀ ਹੈ ਚੱਲਣ ਦਿਓ, ਜਿਹੜਾ ਮਰਦਾ ਮਰਨ ਦਿਓ। ਇਹਨਾਂ ਨੇ ਆਪਸ ਵਿੱਚ ਲੜ ਕੇ ਮਰ ਜਾਣਾ ਜਾਂ ਮਾਰ ਦੇਣਾ ਸੀ। ਇਹ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਆਉਣ ਵਾਲੇ ਸਮੇਂ ਵਿੱਚ। ਪਰ ਤੁਸੀਂ ਇਹ ਬੜਾ ਚੰਗਾ ਕੀਤਾ ਹੈ। ਕਰਤ ਜੰਗ ਦਿਨ ਰੈਨ ਬਿਤਾਏ। ਇਹਨਾਂ ਨੇ ਦਿਨੇ ਰਾਤ ਆਪਸ ਵਿੱਚ ਹੀ ਜੰਗ ਕਰਦੇ ਰਹਿਣਾ ਸੀ। ਇੱਕ ਨੇ ਦੂਜੇ ਤੇ, ਦੂਜੇ ਨੇ ਤੀਜੇ ਤੇ। ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਹਮਲੇ ਕਰਨੇ ਸਨ। ਮਿਲ ਆਪਸ ਮੈਂ ਮੋਹ ਨਾ ਕਰੇਹੀ। ਇਹਨਾਂ ਨੇ ਆਪਸ ਵਿੱਚ ਮੋਹ ਨਹੀਂ ਸੀ ਰੱਖਣਾ। ਇਹਨਾਂ ਦਾ ਮੋਹ ਨਹੀਂ ਸੀ ਰਹਿਣਾ ਆਪਸ ਵਿੱਚ। ਮੋਹ ਤੋਂ ਇਹਨਾਂ ਨੇ ਖਾਲੀ ਹੋ ਜਾਣਾ ਤੇ ਇਹਨਾਂ ਨੇ ਫਿਰ ਉਸ ਵੇਲੇ ਕ੍ਰੋਧ ਦੇ ਵਿੱਚ ਹੋ ਕੇ ਇੱਕ ਦੂਜੇ ਨਾਲ ਲੜਨਾ ਹੈ। ਰਿਸ ਮੋਹ ਭਰੇ ਸ਼ਸਤਰ ਪ੍ਰਹਾਰੀ। ਤੇ ਇਹਨਾਂ ਨੇ ਬਿਨਾਂ ਮੋਹ ਤੋਂ ਹੋ ਕੇ ਰਿਸ ਵਿੱਚ ਗੁੱਸੇ ਵਿੱਚ ਆ ਕੇ ਇਹਨਾਂ ਨੇ ਇੱਕ ਦੂਜੇ ਦੇ ਉੱਪਰ ਸ਼ਸਤਰ ਚਲਾਉਣੇ ਸਨ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ। ਮਾਤਾ ਜੀਤੋ ਜੀ ਜਦੋਂ ਪਤਾਸੇ ਲੈ ਕੇ ਆਏ, ਪਤਾਸੇ ਜਲ ਦੇ ਵਿੱਚ ਪਾਏ। ਸਤਿਗੁਰੂ ਕਹਿਣ ਲੱਗੇ ਜੀਤੋ ਜੀ ਬੜਾ ਹੀ ਚੰਗਾ ਕੀਤਾ, ਨਹੀਂ ਤਾਂ ਇਹ ਸਾਡੇ ਖਾਲਸੇ ਵਿੱਚ ਆਪਸ ਵਿੱਚ ਪ੍ਰੇਮ ਨਹੀਂ ਸੀ ਰਹਿ ਜਾਣਾ, ਆਪਸ ਵਿੱਚ ਮਿਲਾਪ ਨਹੀਂ ਸੀ ਰਹਿ ਜਾਣਾ।
ਆਪਸ ਵਿੱਚ ਇਹਨਾਂ ਦੇ ਮੋਹ ਨਹੀਂ ਸੀ ਰਹਿਣਾ, ਇਹਨਾਂ ਨੇ ਇੱਕ ਦੂਜੇ ਨਾਲ ਲੜ ਕੇ ਇੱਕ ਦੂਜੇ ਨੂੰ ਮਾਰ ਦੇਣਾ ਸੀ। ਅਬ ਮਿਸ਼ਟਾਨ ਜੋ ਪਾਇਓ ਤੋਹੀ, ਇਹ ਜਿਹੜਾ ਤੁਸੀਂ ਹੁਣ ਆ ਕੇ ਮਿਸ਼ਟਾਨ ਪਾਇਆ, ਜਿਹੜੇ ਪਤਾਸੇ ਪਾਏ ਆ ਕੇ, ਇਹ ਜਿਹੜਾ ਤੁਸੀਂ ਕਾਰਜ ਕੀਤਾ ਹੈ, ਜਾਂ ਤੇ ਪਿਆਰ ਪਰਸਪਰ ਹੋਈ। ਇਸ ਕਰਕੇ ਸਾਡੇ ਸਿੱਖਾਂ ਦੇ ਵਿੱਚ ਆਪਸ ਵਿੱਚ ਪਿਆਰ ਹੋਵੇਗਾ। ਇਹ ਹੁਣ ਇੱਕ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣਗੇ, ਇੱਕ ਦੂਜੇ ਦੀ ਵਿਪਤਾ ਨੂੰ ਆਪਣੀ ਵਿਪਤਾ ਸਮਝਣਗੇ, ਇੱਕ ਦੂਜੇ ਦੀ ਮੁਸੀਬਤ ਨੂੰ ਆਪਣੀ ਮੁਸੀਬਤ ਸਮਝਣਗੇ। ਆਪਸ ਵਿੱਚ ਇਹਨਾਂ ਦੇ ਪਿਆਰ ਬਣੇਗਾ। ਇਹ ਜਿਹੜੀ ਤੁਸੀਂ ਮਿਠਾਸ ਪਾਉਣਾ ਕੀਤੀ ਹੈ। ਨਰ ਨਾਰੀ ਦਵੈਤੇ ਸੰਤਾਨਾ, ਤੇ ਇਸ ਤਰ੍ਹਾਂ ਇਸਤਰੀ ਅਤੇ ਪੁਰਸ਼ ਦੇ ਜਦੋਂ ਵਿਆਹ ਹੋ ਜਾਂਦੇ, ਆਨੰਦ ਕਾਰਜ ਹੋ ਜਾਂਦੇ ਲੜਕੀ ਅਤੇ ਲੜਕੇ ਦਾ, ਉਸ ਤੋਂ ਬਾਅਦ ਵਿੱਚ ਫਿਰ ਸੰਤਾਨ ਬਣਦੀ ਹੈ। ਪ੍ਰਗਟਤ ਹੈ ਸਭ ਹੂੰ ਜਗ ਜਾਨਾ, ਇਹ ਸਾਰੇ ਸੰਸਾਰ ਦੇ ਲੋਕ ਜਾਣਦੇ ਨੇ ਵੀ ਇਸ ਤਰ੍ਹਾਂ ਸੰਸਾਰ ਅੱਗੇ ਚੱਲਦਾ ਹੈ। ਹੋਰ ਖਾਲਸਾ ਸੰਤਤ ਕਾਲਾ, ਇਹ ਜਿਹੜਾ ਖਾਲਸਾ ਹੈ ਇਹ ਸਾਡੀ ਸੰਤਾਨ ਹੈ। ਇਹ ਖਾਲਸਾ ਸਾਡਾ ਪੁੱਤਰ ਹੈ। ਜਿਸ ਤਰ੍ਹਾਂ ਮਾਂ-ਬਾਪ ਤੋਂ ਅੱਗੇ ਬੱਚੇ ਪੈਦਾ ਹੁੰਦੇ, ਇਸੇ ਤਰ੍ਹਾਂ ਇਹ ਖਾਲਸਾ ਸਾਡਾ ਬੱਚਾ ਹੈ, ਸਾਡਾ ਪੁੱਤਰ ਹੈ। ਇਹ ਖਾਲਸੇ ਦੇ ਅਸੀਂ ਮਾਂ-ਬਾਪ ਬਣੇ ਹਾਂ। ਚਲ ਆਈ ਕਾ ਭਲੋ ਵਿਸਾਲਾ, ਤੁਸੀਂ ਚੱਲ ਕੇ ਆਏ ਹੋ, ਇਹ ਤੁਸੀਂ ਬੜਾ ਹੀ ਚੰਗਾ ਕੀਤਾ ਹੈ। ਅਸੀਂ ਇਕੱਲੇ ਖਾਲਸਾ ਪੰਥ ਪੈਦਾ ਕਰ ਰਹੇ ਸੀ, ਖਾਲਸੇ ਪੰਥ ਨੂੰ ਜਾਂ ਖਾਲਸੇ ਪੁੱਤਰ ਪੈਦਾ ਕਰ ਰਹੇ ਸੀ, ਪਰ ਤੁਹਾਡਾ ਆਉਣਾ ਜ਼ਰੂਰੀ ਸੀਗਾ। ਤੁਸੀਂ ਆ ਕੇ ਹਾਜ਼ਰੀ ਭਰੀ ਹੈ, ਇਹ ਬੜਾ ਚੰਗਾ ਕੀਤਾ ਹੈ ਜੋ ਤੁਸੀਂ ਇਸ ਅੰਮ੍ਰਿਤ ਵਿੱਚ ਆ ਕੇ ਪਤਾਸੇ ਪਾਏ ਹਨ। ਇਮ ਕਹੇ ਆਪਣੇ ਪੰਚੋ ਪਿਆਰੇ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਕਹਿ ਕੇ ਨਾ ਬਚਨ ਬੜੀ ਖੁਸ਼ੀ ਕੀਤੀ ਹੈ ਆਪਣੇ ਪੰਜਾਂ ਪਿਆਰਿਆਂ ਦੇ ਉੱਪਰ। ਗੁਰਮੁਖੋ ਕਈ ਵਾਰ ਸਾਨੂੰ ਇਤਿਹਾਸਕਾਰ ਇਹ ਬਚਨ ਸੁਣਾਉਂਦੇ ਨੇ ਵੀ ਅੰਮ੍ਰਿਤ ਦੇ ਵਿੱਚ ਜਿਹੜੇ ਪਤਾਸੇ ਸਨ ਉਹ ਮਾਤਾ ਸਾਹਿਬ ਕੌਰ ਨੇ ਪਾਏ, ਅਤੇ ਉਹਨਾਂ ਦੀ ਦਲੀਲ ਇਹ ਵੀ ਹੈ ਕਿ ਮਹਾਰਾਜ ਜੀਆਂ ਨੇ ਖਾਲਸਾ ਪੰਥ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ ਹੈ। ਇਹ ਦੋ ਦਲੀਲਾਂ ਦਿੱਤੀਆਂ ਜਾਂਦੀਆਂ ਔਰ ਇਹ ਗੱਲ ਦੱਸੀ ਜਾਂਦੀ ਹੈ, ਪਰ ਮਾਤਾ ਸਾਹਿਬ ਕੌਰ ਦਾ ਹਾਲੇ ਵਿਆਹ ਨਹੀਂ ਹੋਇਆ। ਅਜੇ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਦਾ ਵਿਆਹ ਹੋਇਆ। ਮਾਤਾ ਸਾਹਿਬ ਕੌਰ ਦਾ ਵਿਆਹ ਉਸ ਤੋਂ ਬਾਅਦ ਵਿੱਚ ਅੰਮ੍ਰਿਤ ਤਿਆਰ ਕਰਨ ਤੋਂ ਬਾਅਦ ਵਿੱਚ ਜਾ ਕੇ ਹੋਇਆ। ਸੋ ਜਿਹੜਾ ਖਾਲਸਾ ਪੰਥ ਝੋਲੀ ਪਾਉਣ ਦੀ ਗੱਲ ਹੈ, ਮਾਤਾ ਜੀਤੋ ਜੀਆਂ ਦੇ ਵੀ ਸੰਤਾਨ ਸੀ ਤੇ ਮਾਤਾ ਸੁੰਦਰੀ ਜੀਆਂ ਦੀ ਵੀ ਸੰਤਾਨ ਹੈ, ਪਰ ਮਾਤਾ ਸਾਹਿਬ ਕੌਰ ਦੀ ਸੰਤਾਨ ਨਹੀਂ ਹੈ। ਤੇ ਜਦੋਂ ਮਾਤਾ ਸਾਹਿਬ ਕੌਰ ਜੀਆਂ ਨੇ ਆਖਿਆ ਕਿ ਮਹਾਰਾਜ ਜਿਹੜੀਆਂ ਦੂਸਰੀਆਂ ਮੇਰੀਆਂ ਭੈਣਾਂ ਨੇ, ਮਾਤਾ ਜੀਤੋ ਤੇ ਮਾਤਾ ਸੁੰਦਰੀ ਜੀ, ਉਹਨਾਂ ਦੇ ਘਰ ਵਿੱਚ ਬੱਚੇ ਨੇ, ਸੰਤਾਨ ਹੈ, ਪਰ ਮੇਰੇ ਘਰ ਵਿੱਚ ਸੰਤਾਨ ਨਹੀਂ ਹੈ, ਕਿਰਪਾ ਕਰੋ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਸਨ, ਕਹਿਣ ਲੱਗੇ ਇਹਨਾਂ ਦੇ ਪੁੱਤਰਾਂ ਦੀ ਗਿਣਤੀ ਹੈ, ਇੱਕ ਦੇ ਪੁੱਤਰ 3 ਨੇ, ਇੱਕ ਦੇ ਪੁੱਤਰ 4 ਨੇ। ਅਸੀਂ ਤੁਹਾਡੀ ਝੋਲੀ ਵਿੱਚ ਪੂਰਾ ਖਾਲਸਾ ਪੰਥ ਹੀ ਪਾ ਦਿੰਦੇ ਹਾਂ, ਜਿਹਦੀ ਕੋਈ ਗਿਣਤੀ ਨਹੀਂ ਹੋਵੇਗੀ। ਤੁਸੀਂ ਖਾਲਸੇ ਪੰਥ ਦੀ ਮਾਤਾ ਅਖਵਾਓਗੇ। ਅੱਜ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ, ਉਦੋਂ ਪੰਜ ਪਿਆਰੇ ਬਚਨ ਕਹਿੰਦੇ ਨੇ ਕਿ ਅੱਜ ਤੋਂ ਤੁਹਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਧਰਮ ਦੇ ਮਾਤਾ ਸਾਹਿਬ ਕੌਰ ਜੀ, ਇਹ ਦੱਸਿਆ ਜਾਂਦਾ ਹੈ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਕਿ ਤੁਹਾਡੇ ਇਹ ਮਾਤਾ ਪਿਤਾ ਅੰਮ੍ਰਿਤ ਛਕਣ ਤੋਂ ਬਾਅਦ ਵਿੱਚ ਬਣੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਅੱਗੇ ਜਦੋਂ ਮਾਤਾ ਸਾਹਿਬ ਕੌਰ ਨੇ ਬੇਨਤੀ ਕੀਤੀ ਕਿ ਸੰਤਾਨ ਮੇਰੇ ਘਰ ਵਿੱਚ ਨਹੀਂ ਹੈ, ਬਾਕੀਆਂ ਦੇ ਹੈ, ਮੇਰੇ 'ਤੇ ਕਿਰਪਾ ਕਰੋ, ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਖਾਲਸਾ ਪੰਥ ਅਸੀਂ ਤੁਹਾਡੀ ਝੋਲੀ ਪਾਉਂਦੇ ਹਾਂ। ਅਤੇ ਜਦੋਂ ਮਹਾਰਾਜ ਜੀ ਦਮਦਮਾ ਸਾਹਿਬ ਦੀ ਧਰਤੀ 'ਤੇ ਗਏ, ਉਸ ਵੇਲੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੇ ਆਖਿਆ ਸੀ ਮਹਾਰਾਜ ਪੁੱਤਰ ਨਹੀਂ ਦਿਸਦੇ ਪਏ, ਬਾਕੀ ਤੇ ਸਾਰੇ ਦਿਸਦੇ ਪਏ। ਅਤੇ ਬਚਨ ਆਖਿਆ ਸੀ ਮਹਾਰਾਜ ਨੇ ਕਿ ਇਹਨਾਂ ਖਾਲਸੇ ਜਿਹੜੇ ਅਸੀਂ ਬਣਾਏ ਨੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। 4 ਸ਼ਹੀਦ ਹੋ ਗਏ ਤੇ ਕੀ ਹੋ ਗਿਆ, ਪਰ ਕਈ ਹਜ਼ਾਰਾਂ ਜਿਉਂਦੇ ਨੇ। ਇਹ ਫਾਇਦੇ ਵਾਲਾ ਕੰਮ ਹੋਇਆ, ਘਾਟੇ ਵਾਲਾ ਕੋਈ ਨਹੀਂ ਹੋਇਆ। ਮਹਾਰਾਜ ਨੇ ਉੱਥੇ ਖਾਲਸੇ ਨੂੰ ਆਪਣੇ ਪੁੱਤਰ ਆਖਿਆ ਹੈ। ਅਤੇ ਅੱਜ ਅੰਮ੍ਰਿਤ ਛਕਾਉਣ ਵੇਲੇ ਵੀ ਇਹ ਬਚਨ ਦੱਸਿਆ ਜਾਂਦਾ, ਸੁਣਾਇਆ ਜਾਂਦਾ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਮਾਤਾ ਸਾਹਿਬ ਕੌਰ ਜੀਆਂ ਦੇ ਪੁੱਤਰ ਅਤੇ ਧੀਆਂ ਬਣੇ ਹੋ ਅੰਮ੍ਰਿਤ ਦੀ ਦਾਤ ਲੈ ਕੇ। ਪਰ ਇਹ ਜਿਹੜੀ ਪਤਾਸੇ ਪਾਉਣ ਦੀ ਸਾਖੀ ਹੈ, ਇਹ ਮਾਤਾ ਜੀਤੋ ਜੀਆਂ ਦੀ ਹੀ ਆਉਂਦੀ ਹੈ। ਮਾਤਾ ਜੀਤੋ ਜੀ ਵੱਡੇ ਸਨ ਸਾਰਿਆਂ ਤੋਂ। ਪਹਿਲਾ ਵਿਆਹ ਮਾਤਾ ਜੀਤੋ ਜੀਆਂ ਦਾ ਹੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ, ਜਿਹੜਾ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ ਬਣਿਆ ਅਨੰਦਪੁਰ ਸਾਹਿਬ ਦੇ ਨੇੜੇ।
ਇਹ ਮਹਾਰਾਜ ਜੀਆਂ ਨੇ ਮਾਤਾ ਜੀਤੋ ਜੀ ਦੇ ਨਾਲ ਵਿਆਹ ਕਰਾਉਣ ਵਾਸਤੇ ਇਹ ਗੁਰੂ ਕਾ ਲਾਹੌਰ ਵਸਾਇਆ ਸੀ, ਕਿਉਂਕਿ ਸਤਿਗੁਰੂ ਦੇ ਸਹੁਰਾ ਸਾਹਿਬ ਜਿਹੜੇ ਲਾਹੌਰ ਦੇ ਵਿੱਚ ਰਹਿਣ ਵਾਲੇ ਸਨ, ਕਿ ਉਹਨਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਲਾਹੌਰ ਆਪ ਜੀ ਬਰਾਤ ਲੈ ਕੇ ਆਓ। ਮੈਂ ਆਪਣੀ ਸਾਰੀ ਬਰਾਦਰੀ ਨੂੰ ਦੱਸ ਦਿੱਤਾ ਕਿ ਮਹਾਰਾਜ ਲਾਹੌਰ ਆਉਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣਾ ਵਿਆਹ ਕਰਾਉਣ ਵਾਸਤੇ ਮੇਰੀ ਪੁੱਤਰੀ ਦੇ ਨਾਲ। ਤੇ ਸਤਿਗੁਰਾਂ ਨੇ ਆਖਿਆ ਸੀ ਨਹੀਂ, ਹੁਣ ਅਸੀਂ ਲਾਹੌਰ ਬਰਾਤ ਲੈ ਕੇ ਨਹੀਂ ਜਾਵਾਂਗੇ। ਉਸ ਜਗ੍ਹਾ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਹੈ। ਉੱਥੇ ਸਾਡੇ ਵੱਡੇ ਵਡੇਰਿਆਂ ਦੀ ਕੁਰਬਾਨੀ ਹੋਈ ਹੈ, ਇਸ ਕਰਕੇ ਇਹ ਬਰਾਤ ਉੱਥੇ ਤੇ ਨਹੀਂ ਜਾਵੇਗੀ, ਪਰ ਤੁਹਾਡਾ ਬਚਨ ਪੂਰਾ ਕਰਾਂਗੇ। ਜੇ ਤੁਸੀਂ ਆਖਿਆ ਵੀ ਬਰਾਤ ਲਾਹੌਰ ਆਵੇਗੀ, ਬਰਾਤ ਲਾਹੌਰ ਹੀ ਆਵੇਗੀ, ਪਰ ਉਹ ਲਾਹੌਰ ਨਹੀਂ ਆਵੇਗੀ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਹੈ। ਅਸੀਂ ਲਾਹੌਰ ਹੀ ਨਵਾਂ ਵਸਾ ਦਿਆਂਗੇ, ਨਵੇਂ ਲਾਹੌਰ ਦੇ ਵਿੱਚ ਬਰਾਤ ਲੈ ਕੇ ਆਵਾਂਗੇ। ਤੇ ਸਤਿਗੁਰਾਂ ਨੇ ਫਿਰ ਸਿੱਖਾਂ ਨੂੰ ਕਹਿ ਕੇ ਇਹ ਜਿਹੜਾ ਅਨੰਦਪੁਰ ਸਾਹਿਬ ਦੇ ਨੇੜੇ ਗੁਰੂ ਕਾ ਲਾਹੌਰ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਫਿਰ ਸਤਿਗੁਰਾਂ ਨੇ ਵਸਾਇਆ ਸੀ ਇਸ ਸ਼ਹਿਰ ਨੂੰ, ਅਤੇ ਇੱਥੇ ਹੀ ਮਹਾਰਾਜ ਬਰਾਤ ਲੈ ਕੇ ਗਏ ਸਨ। ਗੁਰਦੁਆਰਾ ਸਿਹਰਾ ਸਾਹਿਬ ਵੀ ਬਣਿਆ ਹੋਇਆ, ਹੋਰ ਵੀ ਕਈ ਯਾਦਗਾਰਾਂ ਮਹਾਰਾਜ ਦੀਆਂ ਬਣੀਆਂ। ਤ੍ਰਿਵੇਣੀ ਸਾਹਿਬ ਉੱਥੇ ਬਣਿਆ, ਨੜ ਸਾਹਿਬ ਗੁਰਦੁਆਰਾ ਨੇੜੇ ਹੀ ਬਣਿਆ ਹੋਇਆ ਜਦੋਂ ਮੁਗਲਾਂ ਨੇ ਹਮਲਾ ਕਰ ਦਿੱਤਾ ਸੀ ਮਹਾਰਾਜ ਜੀਆਂ 'ਤੇ। ਸੋ ਐਸੀਆਂ ਕਈ ਇਤਿਹਾਸਕ ਉੱਥੇ ਮਹਾਰਾਜ ਦੀਆਂ ਘਟਨਾਵਾਂ ਔਰ ਇਤਿਹਾਸਕ ਕਈ ਯਾਦਗਾਰਾਂ ਉੱਥੇ ਬਣੀਆਂ ਮਹਾਰਾਜ ਸਾਹਿਬ ਜੀਆਂ ਦੇ ਸਹੁਰੇ ਨਗਰ ਦੇ ਵਿੱਚ। ਇਸ ਤਰ੍ਹਾਂ ਮਹਾਰਾਜ ਨੇ ਕੌਤਕ ਵਰਤਾਏ। ਕਹਿਣ ਤੋਂ ਭਾਵ ਇਹ ਹੈ ਕਿ ਮਾਤਾ ਜੀਤੋ ਜੀ ਸਭ ਤੋਂ ਵੱਡੇ ਸਨ, ਅਤੇ ਮਾਤਾ ਸੁੰਦਰੀ ਜੀ ਦੂਜੇ ਨੰਬਰ ਦੇ, ਅਤੇ ਮਾਤਾ ਸਾਹਿਬ ਕੌਰ ਦੀ ਤੀਜੇ ਨੰਬਰ 'ਤੇ ਵਿਆਹੇ ਗਏ। ਸੋ ਇਹ ਖਾਲਸਾ ਪੰਥ ਮਹਾਰਾਜ ਨੇ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ, ਕਿਉਂਕਿ ਉਹਨਾਂ ਦੇ ਘਰ ਵਿੱਚ ਸੰਤਾਨ ਨਹੀਂ ਹੈ, ਪਰ ਮਾਤਾ ਜੀਤੋ ਜੀ ਵੱਡੇ ਨੇ। ਪਤਾਸਿਆਂ ਦੀ ਸੇਵਾ ਇਹ ਉਹਨਾਂ ਨੇ ਕੀਤੀ ਹੈ। ਇਤਿਹਾਸ ਵਿੱਚ ਐਸੇ ਬਚਨ ਆਉਂਦੇ ਨੇ, ਪਰ ਕਈ ਵਾਰੀ ਅਸੀਂ ਕਈਆਂ ਥਾਵਾਂ ਤੋਂ ਇਤਿਹਾਸ ਸੁਣਦੇ ਹਾਂ, ਜਾਂ ਬਹੁਤਾ ਪੜ੍ਹਿਆ ਨਹੀਂ ਜਾਂਦਾ, ਜਾਂ ਵਿਚਾਰਿਆ ਨਹੀਂ ਜਾਂਦਾ, ਜਾਂ ਗ੍ਰੰਥਾਂ ਦੇ ਉੱਪਰ ਬਹੁਤੀ ਮਿਹਨਤ ਨਹੀਂ ਕੀਤੀ ਜਾਂਦੀ, ਕੇਵਲ ਸੁਣੀ ਸੁਣਾਈ ਗੱਲ ਨੂੰ ਅੱਗੇ ਪ੍ਰਚਾਰਿਆ ਜਾਂਦਾ ਹੈ। ਫਿਰ ਉੱਥੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਪਤਾਸੇ ਮਾਤਾ ਸਾਹਿਬ ਕੌਰ ਨੇ ਪਾਏ, ਕਿਉਂਕਿ ਖਾਲਸਾ ਪੰਥ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ। ਇਹ ਤੁਹਾਨੂੰ ਪੂਰੀ ਦਲੀਲ ਦੇ ਨਾਲ ਇਹ ਬਚਨ ਸੁਣਾਏ ਨੇ ਕਿ ਖਾਲਸਾ ਪੰਥ ਝੋਲੀ ਪਾਉਣ ਦਾ ਕਾਰਨ ਇਹ ਆ ਵੀ ਮਾਤਾ ਸਾਹਿਬ ਕੌਰ ਦੇ ਔਲਾਦ ਕੋਈ ਨਹੀਂ ਹੈ, ਉਹਨਾਂ ਨੇ ਮੰਗਿਆ ਸੀ ਤੇ ਮਹਾਰਾਜ ਨੇ ਖਾਲਸਾ ਹੀ ਝੋਲੀ ਪਾਇਆ। ਪਰ ਅੰਮ੍ਰਿਤ ਤਿਆਰ ਕਰਨ ਵੇਲੇ ਮਾਤਾ ਸਾਹਿਬ ਕੌਰ ਜੀਆਂ ਦਾ ਹਾਲੇ ਵਿਆਹ ਨਹੀਂ ਹੋਇਆ। ਉਸ ਵੇਲੇ ਮਾਤਾ ਜੀਤੋ ਜੀ ਹੀ ਸਨ ਜਿਨ੍ਹਾਂ ਨੇ ਪਤਾਸਿਆਂ ਦੀ ਸੇਵਾ ਕੀਤੀ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸਥਾਨ 'ਤੇ ਪਹਿਲਾਂ 5 ਸਿੱਖਾਂ ਦੇ ਸੀਸ ਲਏ ਸਨ। ਫਿਰ ਉਹਨਾਂ ਦੇ ਵੱਖੋ ਵੱਖਰੇ ਧੜਾਂ ਦੇ ਨਾਲ ਸਿਰ ਜੋੜੇ। ਸਿਰ ਜੋੜਨ ਤੋਂ ਮਗਰੋਂ ਫਿਰ ਆਪਣੀ ਆਤਮਿਕ ਸ਼ਕਤੀ ਦੇ ਨਾਲ ਉਹਨਾਂ ਨੂੰ ਜਿਉਂਦਿਆਂ ਕੀਤਾ। ਫਿਰ ਮਹਾਰਾਜ ਜੀਆਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਮਾਤਾ ਜੀਤੋ ਜੀ ਉਹਦੇ ਵਿੱਚ ਪਤਾਸੇ ਪਾਉਂਦੇ ਪਏ।